ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦੇ ਵਿਸ਼ੇ ਸਾਂਝੇ ਕਰਦੇ ਹਨ। ਅੱਜ ਦਾ ਵਿਸ਼ਾ ਲੰਗਰ ਦੇ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ। ਉਹਨਾਂ ਨੂੰ ਬੇਨਤੀ ਹੈ ਜੀ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਗੁਰਮਤਿ ਦਾ ਇੱਕ ਅਹਿਮ ਵਿਸ਼ਾ ਗੁਰੂ ਕਾ ਲੰਗਰ, ਜਿਹਦਾ ਨਾਮ ਤੋਂ ਅਸੀਂ ਸਾਰੇ ਹੀ ਵਾਕਫ ਹਾਂ, ਪਰ ਜੋ ਗੁਰਦੁਆਰਾ ਸਾਹਿਬ ਵਿਖੇ ਅਸੀਂ ਛਕਦੇ ਵੀ ਹਾਂ, ਉਹਦੇ ਬਾਰੇ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਾਂਗਾ। ਇਹ ਲੰਗਰ ਕਿਵੇਂ ਕਾਇਮ ਹੋਏ, ਗੁਰੂ ਕਾਲ ਵੇਲੇ ਲੰਗਰ ਦੇ ਵਿੱਚ ਕਿਸ ਤਰ੍ਹਾਂ ਚੱਲਦੇ ਰਹੇ, ਬੜੇ ਸੰਖੇਪ 'ਚ ਵਿਚਾਰਾਂ ਆਪ ਜੀ ਦੇ ਨਾਲ ਕਰਾਂਗਾ। ਪਰ ਅੱਜ ਦੇ ਸਮੇਂ ਵਿੱਚ ਲੰਗਰ ਦਾ ਕੀ ਉਹ ਮਕਸਦ ਪੂਰਾ ਹੋ ਰਿਹਾ ਹੈ, ਜੋ ਮਕਸਦ ਲਈ ਗੁਰੂ ਸਾਹਿਬਾਨ ਨੇ ਲੰਗਰ ਤਿਆਰ ਕੀਤੇ ਸਨ, ਤੇ ਲੰਗਰ ਦੀ ਇਹ ਪ੍ਰਥਾ, ਇਹ ਪਰੰਪਰਾ ਚਲਾਈ ਸੀ, ਕਿ ਉਹ ਮਕਸਦ ਅਸੀਂ ਪੂਰਾ ਕਰ ਰਹੇ ਹਾਂ। ਕੁਛ ਵਿਚਾਰਾਂ ਹਨ ਜਿਹੜੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਸਮਝਦਾ। ਇਸ ਗੱਲ ਨੂੰ ਸਮਝਣ ਦੇ ਲਈ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੇ ਥੋੜੀ ਜਿਹੀ ਹਾਲਾਤ ਨੂੰ ਅਸੀਂ ਦੇਖਣਾ ਪਵੇਗਾ। ਜਿਸ ਹਾਲਾਤ ਦਾ ਚਿੱਤਰਨ ਗੁਰੂ ਸਾਹਿਬਾਨ ਨੇ ਆਪ, ਭਾਈ ਗੁਰਦਾਸ ਜੀ, ਉਹਨਾਂ ਦੇ ਹੋਰ ਸਮਕਾਲੀ ਲੇਖਕ ਜਿਹੜੇ ਸਨ, ਉਹਨਾਂ ਨੇ ਕੀਤਾ, ਔਰ ਮੌਜੂਦਾ ਦੌਰ ਦੇ ਅੰਦਰ ਵੀ ਜਿਹੜੇ ਇਤਿਹਾਸਕਾਰ ਹਨ, ਉਹਨਾਂ ਨੇ ਵੀ ਇਹ ਲਿਖਿਆ। ਗੁਰੂ ਕਾਲ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਜਨਤਾ ਮੁੱਖ ਤੌਰ ਤੇ ਦੋ ਸ਼੍ਰੇਣੀਆਂ ਦੇ ਵਿੱਚ, ਦੋ ਭਾਗਾਂ ਦੇ ਵਿੱਚ ਵੰਡੀ ਹੋਈ ਸੀ। ਇੱਕ ਅਸਲ ਭਾਰਤ ਵਾਸੀ ਜੋ ਹਿੰਦੂ, ਬੋਧੀ ਜਾਂ ਜੈਨ ਧਰਮ ਦੇ ਅਨੁਯਾਈ ਸਨ, ਜੋ ਵਿਦੇਸ਼ੀ ਹਕੂਮਤ ਦੀ ਸਦੀਆਂ ਦੀ ਲੰਬੀ ਲਤਾੜ, ਲੰਬੀ ਗੁਲਾਮੀ ਨਾਲ ਕਮਜ਼ੋਰ ਤੇ ਸਾਹਸਹੀਣ ਹੋ ਗਏ ਸਨ, ਜਿਨ੍ਹਾਂ ਨੇ ਗੁਲਾਮੀ ਨੂੰ ਆਪਣਾ ਫਰਜ਼ ਸਮਝ ਲਿਆ ਸੀ। ਇਹਨਾਂ ਦੀ ਆਪੋ ਵਿੱਚ ਦੀ ਜਾਤ, ਵਰਨ ਵੰਡ, ਦੇਵ ਪੂਜਾ, ਇੱਕ ਦੂਜੇ ਤੋਂ ਘਿਰਨਾ, ਛੂਤ ਛਾਤ, ਰਸਮਾਂ ਰੀਤਾਂ ਦੇ ਆਪਸੀ ਵਖਰੇਵੇਂ, ਇਹਨਾਂ ਸਾਰਿਆਂ ਨੇ ਜਿਹੜੀ ਵੀ ਰਹਿੰਦੀ ਖੁੰਦੀ ਤਾਕਤ ਸੀ, ਉਹ ਵੀ ਇਹਨਾਂ ਦੀ ਖੋਹ ਲਈ, ਉਹ ਵੀ ਇਹਨਾਂ ਤੋਂ ਖਤਮ ਕਰ ਦਿੱਤੀ। ਇਹਨਾਂ ਦੇ ਆਗੂ ਜੋ ਪੂਜਿਆ ਬ੍ਰਾਹਮਣ ਸੀ, ਜੋ ਇਹਨਾਂ ਦੇ ਦੁੱਖ ਸੁੱਖ ਦਾ ਆਸਰਾ ਸੀ, ਸਮਝਿਆ ਜਾਂਦਾ ਸੀ। ਹਰ ਕੋਈ ਕੰਮ ਵੀ ਉਹਦੀ ਮਰਜ਼ੀ ਤੋਂ, ਉਹਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਅੱਜ ਵੀ ਨਹੀਂ ਹੋ ਰਿਹਾ, ਅੱਜ ਵੀ ਉਹੀ ਹਾਲਤ ਹੈ। ਤੇ ਉਹਦੀ ਗੁਲਾਮੀ ਨੂੰ, ਚਾਹੇ ਕਹਿ ਲਈਏ ਕਿ ਇਹਨਾਂ ਨੇ ਜਿੱਥੇ ਇੱਕ ਪਾਸੇ ਸਮੇਂ ਦੀ ਹਾਕਮ ਸ਼੍ਰੇਣੀ ਦੀ ਗੁਲਾਮੀ ਪ੍ਰਵਾਨ ਕੀਤੀ ਸੀ, ਉੱਥੇ ਇਹਨਾਂ ਨੇ ਆਪਣੇ ਉਸ ਧਾਰਮਿਕ ਆਗੂ ਦੀ ਗੁਲਾਮੀ ਨੂੰ ਵੀ ਪੂਰੀ ਤਰ੍ਹਾਂ ਪ੍ਰਵਾਨ ਕਰ ਲਿਆ ਸੀ। ਉਹ ਗਲਤ ਕਵੇ, ਠੀਕ ਕਵੇ, ਇਹਨਾਂ ਲਈ ਉਹ ਰੱਬੀ ਹੁਕਮ ਸੀ, ਮੰਨਿਆ ਜਾਂਦਾ ਸੀ। ਸਮੇਂ ਦੀ ਜਿਹੜੀ ਹਾਕਮ ਸ਼੍ਰੇਣੀ ਸੀ, ਉਹਦੀ ਗੁਲਾਮੀ ਨੂੰ ਪੂਰੇ ਤੌਰ ਤੇ ਇਹਨਾਂ ਨੇ ਪ੍ਰਵਾਨ ਕਰ ਲਿਆ। ਇਹਨਾਂ ਦਾ, ਇੱਥੋਂ ਦੇ ਵਾਸੀਆਂ ਦਾ ਖਾਣਾ, ਪਹਿਨਣਾ, ਸਿੱਖਿਆ, ਧਰਮ, ਸਭ ਵੇਲੇ ਦੀ ਹਕੂਮਤ ਦੀ, ਉਹਨਾਂ ਦੀ ਰੁਚੀ ਮੁਤਾਬਕ ਹੀ ਜਾਂ ਉਹਨਾਂ ਦੇ ਮਰਜ਼ੀ ਮੁਤਾਬਕ ਹੀ ਚੱਲਦੇ ਸਨ।
ਜਾਂ ਇਉਂ ਕਹਿ ਲਈਏ ਕਿ ਸਵੈਮਾਨ, ਜਿਹਨੂੰ ਅਸੀਂ ਕਹਿੰਦੇ ਹਾਂ ਸਾਡਾ ਆਪਣਾ ਮਾਨ, ਸਵੈਮਾਨ ਤੇ ਜਿਹੜੀ ਸਤਿਕਾਰ ਸੀ, ਉਹਨੂੰ ਪੱਕੇ ਤੌਰ ਤੇ ਇਹਨਾਂ ਨੇ ਛੱਡ ਦਿੱਤਾ ਸੀ। ਉਹਨਾਂ ਦੇ ਇਹ ਸ਼ਬਦ ਹੀ ਇਹਨਾਂ ਦੀ ਡਿਕਸ਼ਨਰੀ ਵਿੱਚੋਂ ਅਲੋਪ ਹੋਣੇ ਸ਼ੁਰੂ ਹੋ ਗਏ। ਆਪਣਾ ਸਵੈਮਾਨ ਤੇ ਅਣਖ, ਇੱਜ਼ਤ, ਸਤਿਕਾਰ, ਰਿਸਪੈਕਟ ਬਿਲਕੁਲ ਹੀ ਇਹਨੂੰ ਤਿਆਗ ਦਿੱਤਾ ਸੀ। ਇਸ ਦੀ ਜੇ ਪੁਸ਼ਟੀ ਕਰਨੀ ਹੋਵੇ ਤਾਂ ਗੁਰੂ ਸਾਹਿਬ ਜੀ ਦੀਆਂ ਬਾਣੀ ਵਿੱਚੋਂ ਜਾਂ ਇਤਿਹਾਸਕ ਹਵਾਲਿਆਂ ਦੇ ਵਿੱਚੋਂ ਅਸੀਂ ਕਰ ਸਕਦੇ ਹਾਂ, ਜੋ ਸੰਖੇਪ ਜਿਹਾ ਮੈਂ ਜ਼ਿਕਰ ਹੀ ਆਪ ਜੀ ਦੇ ਨਾਲ ਕਰਾਂਗਾ। ਸਤਿਗੁਰੂ ਜੀ ਨੇ ਜੋ ਬਿਆਨ ਕੀਤਾ, ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਉਹਨਾਂ ਨੂੰ ਝਟਕੇ ਦੁਆਰਾ ਪਸ਼ੂ ਦੀ ਝਟਕਾ ਕੇ ਮਾਸ ਖਾਣ ਦੀ ਪਰੰਪਰਾ ਛੱਡ ਕੇ ਮੁਸਲਮਾਨੀ ਤਰੀਕੇ ਦੇ ਨਾਲ ਕਲਮਾ ਨਾਲ ਪੜ੍ਹੇ ਹੋਏ, ਉਹ ਕੇ ਮਾਰੇ ਹੋਏ ਪਸ਼ੂ ਦਾ ਮਾਸ ਖਾਣਾ ਪ੍ਰਵਾਨ ਕਰ ਲਿਆ ਸੀ। ਫਿਰ ਪਹਿਨਣ ਦਾ ਢੰਗ ਵੀ ਜਿਹੜਾ ਉਹ ਵੀ ਗੁਲਾਮਾਂ ਵਾਲਾ ਹੋ ਗਿਆ। ਨੀਲ ਬਸਤਰ ਪਹਿਰ ਹੋਵੇ ਪ੍ਰਵਾਨ, ਆਸਾ ਕੀ ਵਾਰ ਦੇ ਵਿੱਚ ਅਸੀਂ ਇਹ ਚੀਜ਼ਾਂ ਪੜ੍ਹਦੇ ਹਾਂ। ਮੁਸਲਮਾਨਾਂ ਦੇ ਪ੍ਰਵਾਨਿਤ ਨੀਲੇ ਰੰਗ ਦੇ ਕੱਪੜੇ ਪਹਿਨ ਕੇ ਹਾਕਮਾਂ ਦੇ ਅੱਗੇ ਪੇਸ਼ ਹੋਣਾ, ਘਰ ਜੋ ਮਰਜ਼ੀ ਕਰਨ, ਲੇਕਿਨ ਆਪਣੀ ਮਰਜ਼ੀ ਦਾ ਕੱਪੜਾ ਪਾ ਕੇ ਹਾਕਮ ਦੀ ਕੋਲ ਜਾ ਨਹੀਂ ਸੀ ਸਕਦੇ। ਉਹਨਾਂ ਦੀ ਚਾਪਲੂਸੀ ਕਰਨੀ, ਉਹਨਾਂ ਦੀਆਂ ਖੁਸ਼ੀਆਂ ਹਾਸਲ ਕਰਨੀਆਂ, ਆਪਣੇ ਆਪ ਨੂੰ ਦੱਸ ਕੇ ਤੁਸੀਂ ਸਾਡੇ ਮਾਈ ਬਾਪ ਹੋ। ਜਿਵੇਂ ਤੁਸੀਂ ਦੇਖਿਆ ਹੋਵੇਗਾ, 2-4 ਦਿਨ ਪਹਿਲਾਂ ਵੀਡੀਓ ਵਾਇਰਲ ਹੋਈਆਂ, ਸਿੱਖ ਕੌਮ ਦੇ 37-38 ਮਹਾਂਪੁਰਸ਼ ਕਹਾਉਣ ਵਾਲੇ, ਬ੍ਰਹਮ ਗਿਆਨੀ ਤੇ ਉਦਾਸੀ ਸੰਪਰਦਗੀ ਕਹਾਉਣ ਵਾਲੇ, ਤੇ ਸਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਵੀ ਪ੍ਰਧਾਨ ਮੰਤਰੀ ਦੀ ਚਾਪਲੂਸੀ ਕਰਨ ਦੇ ਲਈ ਉਹਦੇ ਘਰ ਪਹੁੰਚ ਗਏ ਕਿ ਤੁਸੀਂ ਸਾਡੇ ਰਾਖਿਓ ਕੋ। ਉਹ ਭਲਿਓ, ਜਿਨ੍ਹਾਂ ਦੀ ਰਾਖੀ ਅਸੀਂ ਕਰਦੇ ਰਹੇ, ਜਿਨ੍ਹਾਂ ਦੇ ਰਾਖੀ ਲਈ ਅਸੀਂ ਆਪਣੇ ਸੀਸ ਵਾਰ ਦਿੱਤੇ, ਜਿਨ੍ਹਾਂ ਦੇ ਜਨੇਊ ਨੂੰ ਬਚਾਉਣ ਦੇ ਲਈ ਸਾਡੇ ਗੁਰੂ ਸਾਹਿਬਾਨ ਨੇ ਸ਼ਹਾਦਤ ਦੇ ਦਿੱਤੀ, ਅੱਜ ਅਸੀਂ ਉਹਨਾਂ ਦੀ ਗੁਲਾਮੀ, ਉਹਨਾਂ ਦੇ ਅੱਗੇ ਜਾ ਕੇ ਤਰਲੇ ਕਰੀਏ, ਹੱਥ ਅੱਡੀਏ, ਸੱਚਮੁੱਚ ਹੀ ਸਾਡੇ ਅਖਲਾਕ ਦੀ ਬਹੁਤ ਵੱਡੀ ਗਿਰਾਵਟ ਹੈ, ਬਹੁਤ ਵੱਡੀ ਕਮਜ਼ੋਰੀ ਹੈ, ਜੋ ਸਾਡੀ ਰਾਜਨੀਤੀ ਨੇ, ਗੁਰਦੁਆਰਾ ਪ੍ਰਬੰਧ ਨੇ, ਸਾਡੇ ਪ੍ਰਬੰਧਕ ਸ਼੍ਰੇਣੀ ਨੇ, ਸਾਡੀ ਧਾਰਮਿਕ ਸ਼੍ਰੇਣੀ ਦੇ ਆਗੂ ਹੈੱਡ ਗ੍ਰੰਥੀ ਸਹਿਬਾਨ ਜਿਹੜੇ ਸਨ, ਉਹਨਾਂ ਨੇ ਵੀ ਉਹਦੀਆਂ ਚੰਗਾ ਮਜ਼ਾਕ ਉਡਾਇਆ ਜੋ ਪਰੰਪਰਾਵਾਂ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀਆਂ ਸਨ। ਮੈਂ ਬੜਾ ਹੈਰਾਨ ਹੋਇਆ ਕਮ ਸੇ ਕਮ ਇਹ ਵੀਡੀਓ ਦੇਖ ਕੇ ਵੀ ਜਿਹੜੀਆਂ ਵਾਇਰਲ ਹੋਈਆਂ, 37-38 ਮਹਾਂਪੁਰਖਾਂ ਦਾ ਨਾਮ ਦਿੱਤਾ ਹੋਇਆ, ਉਹਦੇ 'ਚ ਜਿਹੜੇ ਆਪਣੇ ਮਹਾਂਪੁਰਖ ਆਉਂਦੇ ਨੇ, ਗੁਰਮਤਿ ਅਨੁਸਾਰ ਤਾਂ ਉਹ 0 ਤੋਂ ਬਰਾਬਰ ਵੀ ਨਹੀਂ ਹਨ, ਲੇਕਿਨ ਆਪਣੇ ਆਪ ਨੂੰ ਮਹਾਂਪੁਰਖ ਕਹਾਉਣ ਵਾਲੇ ਹਨ। ਖੈਰ, ਇਹ ਉਹਨਾਂ ਨੇ ਵੀ ਵੇਲੇ ਦੇ ਹਾਕਮ ਨੂੰ ਖੁਸ਼ ਕਰਨ ਦੇ ਲਈ, ਉਹਦੀ ਖੁਸ਼ਾਮਦ ਕਰਨ ਦੇ ਲਈ, ਉਹਦੀ ਖੁਸ਼ੀ ਲੈਣ ਦੇ ਲਈ ਇਹ ਕਰਨੇ, ਜਿਵੇਂ ਅੰਗਰੇਜ਼ਾਂ ਦੇ ਰਾਜ ਵਿੱਚ ਆਪਣਾ ਟਾਈ ਲਾਉਣ ਦਾ ਰਿਵਾਜ ਆ ਗਿਆ, ਤੇ ਸਾਡੇ ਮੂਲ ਜਿਹੜੇ ਪਹਿਲੇ ਬਸਤਰ ਸੀ, ਆਪਾਂ ਨੂੰ ਕੋਟ ਪੈਂਟ ਦੀ ਗੱਲ ਕਰ ਲਈਏ, ਇਹ ਅਸੀਂ ਨਹੀਂ ਸੀ ਪਹਿਨਦੇ, ਪਰ ਕਿਉਂਕਿ ਅੰਗਰੇਜ਼ ਦਾ ਰਾਜ ਜਦੋਂ ਆਇਆ ਉਦੋਂ ਇਹ ਰਿਵਾਜ ਚੱਲ ਪਿਆ। ਤੇ ਜਿੱਦਾਂ ਕਾਂਗਰਸ ਦੇ ਰਾਜ ਵਿੱਚ ਗਾਂਧੀ ਟੋਪੀ ਦਾ ਰਿਵਾਜ ਚੱਲ ਪਿਆ ਸੀ, ਤੇ ਇਸੇ ਤਰ੍ਹਾਂ ਹੀ ਇਹ ਕਹਿ ਲਈਏ ਵੀ ਜਿਵੇਂ ਖੱਦਰ ਦਾ ਕੁੜਤਾ ਪਾ ਲੈਣਾ, ਇਹ ਸਾਰੇ ਸਤਿਕਾਰ ਦੇ ਸਮਝੇ ਜਾਂਦੇ ਸਨ, ਤੇ ਉੱਥੇ ਜਦੋਂ ਜਾਣਾ ਹੁੰਦਾ ਉਹੋ ਜਿਹਾ ਲਿਬਾਸ ਪਾ ਕੇ ਜਾਣਾ। ਇੰਨੀ ਗੁਲਾਮੀ ਇਹਨਾਂ ਨੇ ਪ੍ਰਵਾਨ ਕਰ ਲਈ ਸੀ। ਫਿਰ ਇਹਨਾਂ ਦੀ ਬੋਲੀ ਦੇਖ ਲਓ, ਜਿਵੇਂ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਬੋਲੀ ਬਦਲ ਗਈ। ਬ੍ਰਾਹਮਣ ਦੀ ਸੰਸਕ੍ਰਿਤ ਨੂੰ ਦੇਵ ਬਾਣੀ ਦਾ ਮਾਨ ਪ੍ਰਾਪਤ ਸੀ, ਅੱਜ ਵੀ ਉਹਨੂੰ ਮਾਨ ਪ੍ਰਾਪਤ ਹੈ, ਪਰ ਉਸ ਵੇਲੇ ਇਸਲਾਮੀ ਹਕੂਮਤ ਅੰਦਰ ਪ੍ਰਵਾਨਗੀ ਲੈਣ ਦੇ ਲਈ ਜਾਂ ਉਹਨਾਂ ਦੇ ਨਜ਼ਰਾਂ ਵਿੱਚ ਕਬੂਲ ਹੋਣ ਦੇ ਲਈ ਬ੍ਰਾਹਮਣ ਨੇ ਸੰਸਕ੍ਰਿਤ ਸਿੱਖਿਆ ਪ੍ਰਣਾਲੀ ਨੂੰ ਬਦਲ ਕੇ ਤੁਰਕੀ ਫਾਰਸੀ ਵਿੱਚ ਬਦਲ ਦਿੱਤਾ ਸੀ। ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਜਿਸ ਤਰ੍ਹਾਂ ਅਸੀਂ ਅੱਜ ਆਪਣੇ ਖੁਸ਼ ਕਰਨ ਦੇ ਲਈ ਤੇ ਹਿੰਦੀ ਦੀ ਬੋਲੀ ਨੂੰ ਬੋਲਦੇ ਆ, ਔਰ ਸਾਡੇ ਬੱਚੇ ਘਰਾਂ 'ਚ ਹਿੰਦੀ ਦੀ ਗੱਲ ਕਰਦੇ ਨੇ, ਸਕੂਲਾਂ 'ਚ ਹਿੰਦੀ ਪੜ੍ਹਾਈ ਜਾਂਦੀ ਹੈ, ਔਰ ਸਾਨੂੰ ਸ਼ਾਇਦ ਅਸੀਂ ਫਖਰ ਸਮਝਦੇ ਹਾਂ ਵੀ ਅਸੀਂ ਹਿੰਦੀ ਬੋਲੀ ਜਿਹੜੀ ਹੈ ਉਹ ਸਾਡੀ ਸਭ ਤੋਂ ਵਧੀਆ ਬੋਲੀ ਹੈ। ਇਹ ਨਿਸ਼ਾਨੀਆਂ ਹੁੰਦੀਆਂ ਨੇ ਜਦੋਂ ਕੌਮਾਂ ਆਪਣੀ ਸਵੈਮਾਨ ਤੇ ਸਵੈ ਸਤਿਕਾਰ ਨੂੰ ਛੱਡ ਜਾਂਦੀਆਂ। ਇਹ ਨਿਸ਼ਾਨੀਆਂ ਨੇ, ਇੱਥੋਂ ਪਤਾ ਲੱਗਦਾ ਹੈ ਕਿ ਕੌਮਾਂ ਅੰਦਰ ਅਰਖ ਨਹੀਂ ਰਹੀ, ਕੌਮਾਂ ਦੇ ਅੰਦਰ ਸਵੈਮਾਨ ਦੀ ਜ਼ਿੰਦਗੀ ਜਿਉਣ ਦਾ ਉਹ ਜਿਹੜਾ ਹੈ ਚਾਅ ਹੈ ਖਤਮ ਹੋ ਚੁੱਕਾ ਹੈ। ਜਦੋਂ ਬੋਲੀ ਬਦਲ ਜਾਏ, ਜਦੋਂ ਖਾਣ ਦਾ ਢੰਗ ਬਦਲ ਜਾਏ, ਜਦੋਂ ਪਹਿਨਣ ਦਾ ਢੰਗ ਬਦਲ ਜਾਏ,
ਮਲੇਸ਼ੀਆ ਮੈਂ ਖੱਤਰੀਆਂ ਦਾ ਧਰਮ ਛੁੱਡਿਆ ਮਲੇਸ਼ ਭਾਖਿਆ ਗਈ ਦੀ ਗੱਲ ਜਦੋਂ ਸਾਡੇ ਅੰਦਰ ਆ ਜਾਏ ਤਾਂ ਫਿਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਅੰਧੀ ਰੇਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ ਦੀ ਗੱਲ ਜਿਹੜੀ ਚੱਲੀ ਜਾਂਦੀ ਹੈ ਵੀ ਸਾਰੀ ਜਨਤਾ ਮੁਰਦਿਆਂ ਦੇ ਸਮਾਨ, ਇਹ ਕਹਿ ਲਈਏ ਸਾਹਹੀਣ ਅਗਿਆਨੀ ਤੇ ਹਾਕਮ ਸ਼੍ਰੇਣੀ ਦੀਆਂ ਗੁਲਾਮੀ ਦੀਆਂ ਚਿਲਮਾਂ ਭਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੀ ਸੀ। ਮੌਜੂਦਾ ਸਮੇਂ ਦੇ ਵਿੱਚ ਜਦੋਂ ਡਾਕਟਰ ਰਾਧਾ ਕ੍ਰਿਸ਼ਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਹੋਏ, ਉਹਨਾਂ ਨੇ ਜਦੋਂ ਇਹਦੇ ਬਾਰੇ ਲਿਖਿਆ ਇੱਕ ਆਪਣੀ ਪੁਸਤਕ ਦੇ ਵਿੱਚ, ਤਾਂ ਉਹਨਾਂ ਨੇ ਇੱਕ ਗੱਲ ਬਿਆਨ ਕੀਤੀ, ਇੰਡੀਅਨ ਫਿਲਾਸਫੀ ਉਹਨਾਂ ਦੀ ਕਿਤਾਬ ਹੈ, ਉਹਦੇ 'ਚ ਉਹਨਾਂ ਨੇ ਗੱਲ ਲਿਖੀ ਹੈ ਕਿ ਹਿੰਦੂ ਧਰਮ ਵਿਸ਼ਵਾਸ ਤੇ ਰਸਮਾਂ ਰੀਤਾਂ ਦਾ ਜਿਹੜਾ ਬਿਲਕੁਲ ਇੱਕ ਤਮਾਸ਼ਾ ਜਿਹਾ ਬਣ ਕੇ ਰਹਿ ਗਿਆ ਸੀ, ਭਾਵ ਇੱਕ ਚਿੱਤਰਸ਼ਿਲਾ ਜਾਂ ਰਸਮਾਂ ਰੀਤਾਂ ਦਾ ਗੋਰਖ ਧੰਦਾ ਜਾਂ ਉਹਨੂੰ ਕਹਿ ਸਕਦੇ ਹਾਂ। ਉਹਨਾਂ ਦੀ ਪੂਰੀ ਸ਼ਬਦਾਵਲੀ ਹੈ ਵੀ ਇਸ ਨੂੰ ਅਸੀਂ ਨਿਰਧਾਰਤਕ ਸੰਗਿਆ, ਵਿਸ਼ਵਾਸਾਂ ਦੀ ਚਿੱਤਰਸ਼ਾਲਾ ਅਤੇ ਰਸਮਾਂ ਰੀਤਾਂ ਦਾ ਗੋਰਖ ਧੰਦਾ ਕਹਿ ਸਕਦੇ ਹਾਂ ਜਾਂ ਕਿਹਾ ਜਾਂਦਾ ਸੀ। ਉਹਨਾਂ ਨੇ ਦਿੱਤਾ ਆਪਣੇ ਜਿਹੜੇ ਮੌਜੂਦਾ ਸਮੇਂ ਦੇ ਜਿਹੜੇ ਸਾਡੇ ਭਾਰਤ ਦੇ ਰਾਸ਼ਟਰਪਤੀ ਵੀ ਰਹੇ। ਖੈਰ ਇਹ ਸਾਰਾ ਨਕਸ਼ਾ ਜਿਹੜਾ ਭਾਰਤ ਵਰਸ਼ ਦਾ ਹੈ ਉਹ ਇਸ ਤਰ੍ਹਾਂ ਦਾ ਸੀ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਸਮਾਂ ਆਉਂਦਾ ਹੈ ਤੇ ਉਸ ਸਮੇਂ ਦੇ ਜਦੋਂ ਜਨਮ ਹੁੰਦਾ ਹੈ, ਇਹ ਹਾਲਾਤ ਉਸ ਵੇਲੇ ਬਣੇ ਹੋਏ ਸੀ। ਗੁਰੂ ਨਾਨਕ ਪਾਤਸ਼ਾਹ ਨੇ ਉਸ ਵਾਹਿਗੁਰੂ ਦੇ ਹੁਕਮ ਨਾਲ ਉਸ ਅਕਾਲ ਹੁਕਮ ਦਾ ਸਿੱਕਾ ਜਿਹੜਾ ਸੀ ਇਸ ਜਗਤ ਵਿੱਚ ਕਾਇਮ ਕੀਤਾ। ਸਰਬੋਤਮ ਤੇ ਨਿਰਮਲ ਤੇ ਨਿਆਰਾ ਪੰਥ ਜਿਹੜਾ ਸੀ ਉਹ ਚਲਾਇਆ। ਗੁਰੂ ਨਾਨਕ ਸਾਹਿਬ ਨੇ ਨਵੀਂ ਵਿਚਾਰਧਾਰਾ, ਚੱਲ ਰਹੀਆਂ ਵਿਚਾਰਧਾਰਾ ਨੂੰ ਇੱਕ ਪਾਸੇ ਕਰਕੇ ਜਿਹਦੇ ਵਿੱਚ ਧਰਮ ਦੀ ਪਰਿਭਾਸ਼ਾ ਨੂੰ ਦੱਸਿਆ, ਧਰਮ ਹੈ ਕੀ ਚੀਜ਼, ਧਰਮ ਕਿਹਨੂੰ ਕਹਿੰਦੇ ਨੇ, ਧਰਮ ਕੀ ਹੋਣਾ ਚਾਹੀਦਾ ਹੈ, ਪਹਿਲੀਆਂ ਚੱਲਦੀਆਂ ਪਰੰਪਰਾਵਾਂ ਤੇ ਮਰਿਆਦਾ ਨੂੰ ਇੱਕ ਪਾਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਨਵੀਂ ਵਿਚਾਰਧਾਰਾ ਜਿਹੜੀ ਸੀ ਉਹ ਦਿੱਤੀ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਤੇ ਕੀਤੋ ਆਪਣਾ ਪੰਥ ਨਿਰਾਲਾ। ਵੀ ਉਸ ਵਾਹਿਗੁਰੂ ਦਾ ਸਿੱਕਾ ਜਿਹੜਾ ਸੀ ਇਸ ਜਗਤ ਵਿੱਚ ਕਾਇਮ ਕੀਤਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹ ਨਿਰਮਲ ਪੰਥ ਜਿਹੜਾ ਸੀ ਚਲਾਇਆ। ਨਿਰਮਲ ਪੰਥ ਹੀ ਖਾਲਸ ਪੰਥ ਹੈ। ਨਿਰਮਲ ਪੰਥ ਦਾ ਅਰਥ ਹੀ ਪਵਿੱਤਰ ਹੈ, ਸ਼ੁੱਧ ਹੈ। ਨਿਰਮਲ ਪੰਥ ਦਾ ਨਿਰਮਲ ਦਾ ਅਰਥ ਹੀ ਸਾਫ਼ ਸੁਥਰਾ ਹੁੰਦਾ ਹੈ। ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਨਵਾਂ ਨਾਮ ਨਹੀਂ ਦਿੱਤਾ, ਉਹ ਨਿਰਮਲ ਨੂੰ ਹੀ ਖਾਲਸ ਭਾਵ ਸ਼ੁੱਧ, ਬਿਲਕੁਲ ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ, ਉਹਦਾ ਨਾਂ ਖਾਲਸ ਕਰਕੇ ਉਹਨੂੰ ਸਿਖਰ ਕਰਕੇ ਸੰਪੂਰਨਤਾ ਲੈ ਆਉਂਦੀ। ਤਾਂ ਵਿਸਾਖੀ ਜਿਹੜਾ ਦਿਹਾੜਾ ਹੈ ਇਹ ਸਾਡੀ ਸੰਪੂਰਨਤਾ ਦਾ ਦਿਹਾੜਾ ਹੈ। ਸਾਡਾ ਜਨਮ ਦਿਹਾੜਾ ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਜਾਂਦਾ, ਜਦੋਂ ਅਸੀਂ ਕਹਿ ਦਿੰਦੇ ਹਾਂ ਖਾਲਸੇ ਦਾ ਜਨਮ ਦਿਹਾੜਾ ਨਹੀਂ ਐ, ਅਸਲ 'ਚ ਵਿਸਾਖੀ ਤਾਂ ਉਸ ਸਿਖਰ ਹੈ ਉਸ ਵਿਚਾਰਧਾਰਾ ਦਾ। ਉਹ ਜਿੱਦਣ ਗੁਰੂ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੁੱਲ ਤਿਆਰ ਕੀਤੀ, ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨੇ ਲਗਭਗ 239 ਸਾਲ ਦਾ ਸਮਾਂ ਲਾ ਕੇ ਗੁਰੂ ਸਾਹਿਬਾਨ ਨੇ, ਜਾਂ ਇਉਂ ਕਹਿ ਲਈਏ ਵੀ 230 ਸਾਲ ਦਾ ਸਮਾਂ ਲਾ ਕੇ ਜਿਹੜੀ ਵਿਚਾਰਧਾਰਾ ਚੱਲੀ ਸੀ, ਜਦੋਂ ਸੰਪੂਰਨਤਾ ਤੇ ਆ ਕੇ ਪਹੁੰਚੀ, ਨਿਰਮਲ ਤੇ ਸ਼ੁੱਧ ਹੋਈ, ਉਸ ਵਿਚਾਰਧਾਰਾ ਨੂੰ ਸੰਪੂਰਨਤਾ ਦਾ ਦਰਜਾ ਸੀ, ਉਹ ਸਾਨੂੰ ਖੰਡੇ ਬਾਟੇ ਦੀ ਪੁੱਲ ਦੇ ਕੇ ਦਿੱਤਾ ਵੀ ਹੁਣ ਇਸ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਵਾਲਾ ਖਾਲਸ ਹੋ ਗਿਆ ਹੈ। ਖਾਲਸ ਦਾ ਅਰਥ ਸ਼ੁੱਧ ਹੈ, ਜਿਹਦੇ 'ਚ ਕੋਈ ਮਿਲਾਵਟ ਨਹੀਂ ਹੈ। ਤਬ ਖਾਲਸਤਾ ਖਾਲਸ ਦਾ ਜਾਣੇ ਦੀ ਜਿਹੜੀ ਪੂਰਨ ਪ੍ਰੇਮ ਪ੍ਰਤੀਤ ਸਜੇ ਪ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ। ਜਿੱਥੋਂ ਅਸੀਂ ਸਵਈਆ ਸ਼ੁਰੂ ਕਰਦੇ ਹਾਂ, ਜਾਗਤ ਜੋਤ ਜਪੇ ਨਿਸਵਾਸਰ ਏਕ ਬਿਰਾਮਨ ਨਾਇਕ ਨਾਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਪ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ ਤੀਰਥ ਦਾਨ ਦਿਆ ਤਬ ਸੰਜਮ ਏਕ ਬਿਨਾ ਨਾ ਏਕ ਪਛਾਨੇ ਉਹ ਹੈ ਪੂਰਨ ਜੋਤ ਜਗੇ ਘਟ ਮਹਿ ਤਬ ਖਾਲਸ ਤਾਂ ਹੈ ਖਾਲਸ ਜਾ। ਜਦੋਂ ਉਸ ਵਾਹਿਗੁਰੂ ਦੇ ਗਿਆਨ ਦੀ ਲਟ ਲਟ ਕਰਦੀ ਹੋਈ ਜੋਤ ਇਸ ਦੇ ਹਿਰਦੇ 'ਚ ਜਗ ਪਵੇਗੀ, ਉਦੋਂ ਹੀ ਸ਼ੁੱਧ ਤੇ ਅਸਲ ਸਰੂਪ ਸ਼ੁੱਧ ਖਾਲਸਾ ਕਹਾਉਣ ਦਾ ਹੱਕਦਾਰ ਹੋਏਗਾ। ਉਹੀ ਗੱਲ ਜਿਹੜੀ ਕਹੋ ਕਬੀਰ ਜਨ ਭੇ ਖਾਲਸੇ ਪ੍ਰੇਮ ਭਗਤ ਦੇ ਦਾ ਜਿਹੜਾ ਵਿਚਾਰ ਭਗਤ ਕਬੀਰ ਜੀ ਨੇ ਦਿੱਤਾ ਸੀ, ਉਹੀ ਵਿਚਾਰਧਾਰਾ ਦਾ ਸੰਪੂਰਨਤਾ ਜਿਹੜੀ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਤੱਕ ਕੀਤੀ ਔਰ ਸਾਨੂੰ ਅੱਜ ਖਾਲਸ ਹੋਣ ਦਾ ਮਾਣ ਪ੍ਰਾਪਤ ਹੋਇਆ। ਤਾਂ ਭਾਈ ਗੁਰਦਾਸ ਜੀ ਜਦੋਂ ਲਿਖਦੇ ਨੇ ਇਹ ਨਿਰਮਲ ਤੇ ਨਿਆਰਾ ਧਰਮ ਉਹੀ ਹੁੰਦਾ ਹੈ ਜਦੋਂ ਕਹਿੰਦੇ ਕੀਤੋ ਆਪਣਾ ਪੰਥ ਨਿਰਾਲਾ। ਇੱਥੋਂ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਨਿਰਮਲ ਤੇ ਨਿਰਾਲਾ ਪੰਥ ਉਹ ਹੁੰਦਾ ਜੋ ਸਾਰੀ ਦੁਨੀਆ ਦੇ ਵਿਚਾਰਾਂ ਤੋਂ ਉੱਚੇ ਸੁੱਚੇ ਜਿਹਦੇ ਵਿਚਾਰ ਹੋਣ, ਜਿਨ੍ਹਾਂ ਸਿਧਾਂਤਾਂ ਅਨੁਸਾਰ ਲੋਕ ਆਪਣਾ ਜੀਵਨ ਜਿਉਂਦੇ ਹੋਣ, ਰੋਜ਼ਾਨਾ ਜੀਵਨ
ਢਾਲ ਸਕਦੇ ਹੋਣ। ਗੁਰੂ ਜੀ ਦੇ ਜਿਹੜੇ ਮਾਰਗ ਜਿਹੜਾ ਦਰਸਾਇਆ ਸੀ, ਉਹ ਜਿਹਦੇ ਵਿੱਚ ਪੰਥ ਦੀ ਵਡਿਆਈ ਅੱਜ ਤੱਕ ਦੇ ਅਨੇਕਾਂ ਹੀ ਰੂਹਾਨੀ ਰਸਤੇ ਤੇ ਚੱਲਣ ਵਾਲੇ ਜਿਹੜੇ ਦਾਰਸ਼ਨਿਕ ਹਨ ਜਾਂ ਫਿਲੋਸਫਰ ਹਨ ਜਾਂ ਇਤਿਹਾਸਕਾਰ ਹਨ, ਉਹਨਾਂ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਬਿਆਨ ਵੀ ਕੀਤਾ ਹੈ। ਦੂਜੇ ਪਾਸੇ ਪਹਾੜਾਂ ਦੀਆਂ ਠੰਡੀਆਂ ਗੁਫਾਵਾਂ ਅੰਦਰ ਰਹਿ ਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਲੇ ਸਿੱਧਾਂ ਦੀਆਂ ਮੰਡਲੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਆਮਣੇ ਸਾਹਮਣੇ ਦਾਰਸ਼ਨਿਕ ਚਰਚਾ ਕੀਤੀ, ਵਿਚਾਰ ਚਰਚਾ ਕੀਤੀ, ਔਰ ਸਤਿਗੁਰੂ ਜੀ ਦੇ ਵਿਚਾਰਾਂ ਨੂੰ ਸੁਣ ਕੇ ਉਹਨਾਂ ਦੇ ਸੁਭਾਵਿਕ ਹੀ ਇਹ ਗੱਲ ਉਹਨਾਂ ਦੇ ਮੂੰਹ ਚੋਂ ਨਿਕਲ ਗਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਦੀ ਜ਼ੁਬਾਨ ਤੋਂ ਵੀ ਇਹ ਗੱਲ ਜਿਹੜੀ ਸੀ ਸੁਭਾਵਿਕ ਹੀ ਨਿਕਲ ਗਈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਕਿਸੇ ਤਰ੍ਹਾਂ ਵੀ ਉਹ ਆਪਣੇ ਵਿਚਾਰ ਚਰਚਾ ਵਿੱਚ ਹਰਾ ਨਾ ਸਕੇ। ਇਹ ਚਰਚਾ ਕਰਨਾ ਸਾਡਾ ਗੁਰਮਤਿ ਦਾ ਸਿਧਾਂਤ ਹੈ, ਬਹਿਸ ਮੁਬਾਸਰਾ ਕਰਨਾ ਗੁਰਮਤਿ ਦਾ ਸਿਧਾਂਤ ਨਹੀਂ ਹੈ। ਆਪਣੇ ਵਿਚਾਰ ਪ੍ਰਗਟ ਕਰਨੇ, ਦੂਜੇ ਦੇ ਵਿਚਾਰਾਂ ਨੂੰ ਸੁਣਨਾ, ਤੇ ਸਾਡੇ 'ਚ ਸਹਿਣਸ਼ੀਲਤਾ ਚਾਹੀਦੀ ਹੈ। ਪਰ ਸਾਡੇ ਅੰਦਰ ਕਮਜ਼ੋਰੀ ਕੀ ਹੈ ਵੀ ਅਸੀਂ ਆਪਣੇ ਵਿਚਾਰ ਤਾਂ ਦੱਸਣੇ ਚਾਹੁੰਦੇ ਹਾਂ, ਪਰ ਦੂਜੇ ਦੇ ਵਿਚਾਰ ਸੁਣਨ ਨੂੰ ਸਾਡੇ ਅੰਦਰ ਉਹ ਮਾਦਾ ਨਹੀਂ ਹੈ। ਪਰ ਚਰਚਾ ਵਿੱਚ ਦੋਨਾਂ ਪੱਖਾਂ ਨੂੰ ਸਮਾਂ ਮਿਲਦਾ ਹੈ। ਚਰਚਾ ਹੁੰਦੀ ਉਹ ਹੈ ਜਿੱਥੇ ਦੋਨੇ ਪੱਖ ਇੱਕ ਦੂਜੇ ਦਾ ਪੱਖ ਸੁਣਦੇ ਚਾਹਵਾਨ ਹੋਣ, ਤੇ ਜਦੋਂ ਉਹ ਦੋਨੇ ਪੱਖ ਸਹਿਮਤ ਹੋ ਜਾਂਦੇ ਚਰਚਾ ਦੇ ਉੱਤੇ, ਫਿਰ ਜੋ ਰਿਜ਼ਲਟ ਕੱਢਿਆ ਜਾਵੇ ਉਸ ਵੇਲੇ ਜੋ ਵਧੀਆ ਰਿਜ਼ਲਟ ਹੀ ਨਿਕਲੇਗਾ। ਇਹ ਇੱਕ ਚਰਚਾ ਦਾ ਗੁਣ ਹੈ ਕਿ ਅਸੀਂ ਸਹਿਣ ਸ਼ਕਤੀ ਵੀ ਹੋਵੇ, ਸਾਡੇ ਕੋਲ ਸੁਣਨ ਦੀ ਤਾਕਤ ਵੀ ਹੋਵੇ, ਸਾਡੇ ਅੰਦਰ ਆਪਣੇ ਵਿਚਾਰ ਪੇਸ਼ ਕਰਨ ਦੀ ਜੁਗਤੀ ਵੀ ਆਉਂਦੀ ਹੋਵੇ, ਤੇ ਦੂਜੇ ਦੇ ਵਿਚਾਰਾਂ ਨੂੰ ਸੁਣਨ ਦੇ ਵੀ ਮਾਦਾ ਸਾਡੇ ਅੰਦਰ ਹੋਵੇ। ਤੇ ਗੁਰੂ ਨਾਨਕ ਸਾਹਿਬ ਅੰਦਰ ਉਹ ਮਾਦਾ ਸੀ, ਉਹ ਵਿਚਾਰ ਸਨ ਜਿਹੜੇ ਸਿੱਧਾਂ ਨੇ ਕਹਿ ਦਿੱਤਾ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੂੰ ਮਹਾਨ ਹਸਤੀ ਪੈਦਾ ਹੋਇਆ, ਤੇਰੇ ਪ੍ਰਭੂ ਨਾਮ ਦੀ ਕਮਾਈ ਜਿਹੜੀ ਹੈ ਉਹ ਧੰਨਤਾ ਯੋਗ ਹੈ, ਤੇ ਤੂੰ ਇਸ ਕਲਾ ਕਲੇਸ਼ ਦੇ ਸੰਸਾਰ ਦੇ ਵਿੱਚ ਇੱਕ ਐਸੀ ਪ੍ਰਭੂ ਦੇ ਨਾਮ ਦੀ ਜੋਤ ਜਗਾਈ ਹੈ ਜਿਸ ਦੀ ਵਡਿਆਈ ਜਿਹੜੀ ਹੈ ਦਿਨ ਦੁਗਣੀ ਰਾਤ ਚੁਗਣੀ ਜਿਹੜੀ ਹੈ ਉਹ ਹੋਈ ਜਾਂਦੀ ਹੈ। ਭਾਈ ਗੁਰਦਾਸ ਜੀ ਆਪਣੇ ਸ਼ਬਦਾਂ 'ਚ ਲਿਖਦੇ ਨੇ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਕਹਿ ਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਭਾਈ ਗੁਰਦਾਸ ਜੀ ਨੇ ਸੰਬੋਧਨ ਕੀਤਾ, ਇਹ ਧੰਨ ਨਾਨਕ ਤੇਰੀ ਕਮਾਈ ਜਿਹੜੀ ਹੈ ਉਹ ਵੱਡੀ ਹੈ। ਸੁਰਿੰਦਰਨਾਥ ਬੈਨਰ ਜੀ ਨੇ ਜਦੋਂ ਗੱਲ ਲਿਖੀ ਹੈ, ਸੁਰਿੰਦਰਨਾਥ ਬੈਨਰ ਜੀ ਨੇ ਉਹਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਖ ਬਾਦਸ਼ਾਹ ਦਾ ਆਤਮਿਕ ਮੋਢੀ ਕਹਿ ਕੇ ਲਿਖਿਆ। ਸਿੱਖ ਬਾਦਸ਼ਾਹਤ ਦਾ ਆਤਮਿਕ ਮੋਢੀ, ਇਹ ਸਿੱਖੀ ਬਾਦਸ਼ਾਹਤ ਹੈ, ਇਹਦਾ ਆਤਮਿਕ ਮੋਢੀ ਜਿਹੜਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ। ਤੇ ਉਸ ਸਮੇਂ ਜਦੋਂ ਲੋਕਾਂ ਦੇ ਵਿੱਚ ਇੱਕ ਰੱਬ ਨਾਲੋਂ ਟੁੱਟੇ ਹੋਣ ਕਰਕੇ ਮੁਰਦਾਹਣੀ ਆ ਚੁੱਕੀ ਸੀ, ਲੋਕੀ ਮਰਝਾ ਚੁੱਕੇ ਸਨ, ਜਿਵੇਂ ਇਉਂ ਕਹਿ ਲਈਏ ਵੇਲ ਨਾਲੋਂ ਟੁੱਟਿਆ ਹੋਇਆ ਖਰਬੂਜਾ ਜਾਂ ਹੋਰ ਫਲ ਪਿਲਪਲਾ ਹੋ ਜਾਂਦਾ ਹੈ। ਇਸ ਤਰ੍ਹਾਂ ਅਤਿਆਚਾਰ, ਜ਼ੁਲਮ ਤੇ ਆਪਣੇ ਧਰਮ ਤੋਂ ਦੂਰ ਜਾਣ ਕਰਕੇ, ਆਪਣੇ ਮੇਨ ਧੁਰੇ ਤੋਂ ਟੁੱਟਣ ਕਰਕੇ ਇੱਥੋਂ ਦੀ ਜਿਹੜੇ ਵਸਨੀਕ ਸੀ ਇਹ ਪਿਲਪਲੇ ਹੋ ਚੁੱਕੇ ਸੀ। ਜਾਂ ਇਉਂ ਕਹਿ ਲਈਏ ਅਤਿਆਚਾਰ, ਜ਼ੁਲਮ, ਊਚ ਨੀਚ, ਅਮੀਰੀ ਗਰੀਬੀ, ਇਹਦਾ ਡਰ, ਇਹਦਾ ਡੰਡਾ, ਇਹ ਜਿਹੜਾ ਸੀ ਲੋਕਾਂ ਦੇ ਸਿਰਾਂ ਦੇ ਉੱਤੇ ਇਸ ਤਰ੍ਹਾਂ ਸੀ ਜਿਵੇਂ ਲੋਹਾਰ ਦਾ ਹਥੌੜਾ ਹੁੰਦਾ ਨਾ, ਉਸ ਤਰ੍ਹਾਂ ਉਹਦੇ ਸਿਰਾਂ ਦੇ ਉੱਤੇ ਵੱਜ ਰਿਹਾ ਸੀ। ਜਿਵੇਂ ਲੋਹਾਰ ਹਥੌੜੇ ਦੇ ਨਾਲ ਮਾਰਦਾ, ਵੱਡੀਆਂ ਸੱਟਾਂ ਮਾਰਦਾ, ਇਸ ਤਰ੍ਹਾਂ ਲੋਕਾਂ ਦੇ ਸਿਰ ਤੇ ਇਹ ਹਥੌੜੇ ਇਹਦੀਆਂ ਸੱਟਾਂ ਵੱਜ ਰਹੀਆਂ ਸੀ। ਤੇ ਇੱਥੋਂ ਜੇ ਇਹਨੂੰ ਗੱਲ ਕਰੀਏ ਤਾਂ ਇਸ ਰੋਗ ਨੂੰ ਖਤਮ ਕਰਨ ਦੇ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸੰਗਤ ਤੇ ਪੰਗਤ ਦੀ ਇੱਕ ਫਲਾਦੀ ਨੀਂਹ ਪੱਥਰ ਜਿਹੜਾ ਸੀ ਉਹ ਰੱਖਿਆ। ਇਹ ਕਹਿ ਲਈਏ ਵੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਇਸ ਚੱਲ ਰਹੀ ਜੋ ਜਿੰਨਾ ਕੁ ਮੈਂ ਜ਼ਿਕਰ ਕੀਤਾ ਹੈ ਇੱਥੋਂ ਦੀ ਪਰਜਾ ਦਾ ਜਾਂ ਇੱਥੋਂ ਦੀ ਹਾਲਾਤ ਦਾ, ਉਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਇਹ ਜੜੋਂ ਪੁੱਟਣ ਦੇ ਲਈ ਜਾਂ ਖਤਮ ਕਰਨ ਦੇ ਲਈ ਇੱਕ ਨਵੀਂ ਰਸਤੀ ਉਹ ਸੀ ਸੰਗਤ ਅਤੇ ਪੰਗਤ। ਸੰਗਤ ਅਤੇ ਪੰਗਤ, ਸੰਗਤ ਵਿੱਚ ਸੱਚੇ ਗੁਰੂ ਗਿਆਨ ਨਾਲ ਮਨ ਨੂੰ ਤਾਜ਼ਾ ਕਰਨਾ, ਮਨ ਨੂੰ ਹਰਾ ਭਰਾ ਕਰਨਾ, ਗਿਆਨ ਲੈ ਕੇ ਅੰਦਰ ਦੀ ਸੁੱਤੀ ਹੋਈ ਜਿਹੜੀ ਸਾਡੀ ਅੰਦਰ ਸੁੱਤੀ ਹੋਏ ਹਨ ਉਹਨੂੰ ਜਗਾਉਣਾ, ਕਿਉਂਕਿ ਅਸੀਂ ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਹਾਂ ਤੇ ਮਾਇਆ ਦੀ ਨੀਂਦ ਵਿੱਚੋਂ ਜਾਗਣਾ ਕੋਈ ਸੌਖਾ ਨਹੀਂ ਹੁੰਦਾ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰ। ਇਸ ਜਾਗਣ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸੰਗਤ ਦੀ ਗੱਲ ਜਿਹੜੀ ਸੀ ਉਹ ਦੱਸੀ
ਤੇ ਨਾਲ ਪੰਗਤ ਦੀ ਗੱਲ ਜਿਹੜੀ ਸੀ ਉਹ ਵੀ ਨਾਲ ਰੱਖ ਦਿੱਤੀ। ਪੰਗਤ ਵਿੱਚ ਬੈਠ ਕੇ ਬਿਨਾਂ ਕਿਸੇ ਵਿਤਕਰੇ ਦੇ, ਬਿਨਾਂ ਕਿਸੇ ਭਿੰਨ ਭਾਵ ਦੇ, ਬਿਨਾਂ ਜਾਤ ਪਾਤ ਨੂੰ ਵਿਚਾਰਿਆਂ, ਬਿਨਾਂ ਇੱਕ ਦੂਜੇ ਦੇ ਨਾਲ ਵਿਤਕਰਾ ਕੀਤਿਆਂ ਪ੍ਰਸ਼ਾਦਾ ਛਕਣਾ, ਸਾਰੇ ਲੋਕ ਇੱਕ ਦੂਜੇ ਨੂੰ ਇੱਕੋ ਹੀ ਪਰਿਵਾਰ ਦੇ ਮੈਂਬਰ ਸਮਝਣ, ਇੱਕੋ ਜਿਹੇ ਆਪਣੇ ਆਪ ਨੂੰ ਸਮਝਣ, ਤੇ ਇਹ ਵਿਚਾਰ ਸੀ ਸੰਗਤ ਤੇ ਪੰਗਤ ਦਾ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਦਿੱਤਾ। ਤਦ ਕਿ ਇਹ ਜੋ ਛੂਤ-ਛਾਤ ਦਾ ਕੋੜ ਜਿਹਦੇ ਬਾਰੇ ਕਿਹਾ ਜਾਂਦਾ ਸੀ ਵੀ 4 ਸ਼੍ਰੇਣੀਆਂ ਵਿੱਚ ਇਹ ਜਨਤਾ ਵੰਡੀ ਹੋਈ ਹੈ, ਸ਼ੂਦਰ ਨੂੰ ਹੱਕ ਨਹੀਂ ਸੀ ਕਿ ਉਹ ਧਰਮ ਦਾ ਕਰਮ ਵੀ ਕਮਾ ਸਕਦਾ ਤੇ ਇਹਨਾਂ ਦੇ ਨਾਲ ਬਰਾਬਰ ਵੀ ਬੈਠ ਸਕਦਾ, ਸ਼ੂਦਰ ਨੂੰ ਹੱਕ ਨਹੀਂ ਸੀ। ਤੇ ਗੁਰੂ ਨਾਨਕ ਸਾਹਿਬ ਨੇ ਸੰਗਤ ਬਣਾਈ ਸ਼ੂਦਰ ਨੂੰ ਬਰਾਬਰ ਦੇ ਬੈਠਣ ਦਾ ਹੱਕ ਦੇਣ ਦੇ ਲਈ, ਤੇ ਪੰਗਤ ਬਣਾਈ ਇਹਨਾਂ ਦੇ ਬੈਠ ਕੇ ਨਾਲ ਬਰਾਬਰ ਬ੍ਰਾਹਮਣ ਦੇ ਨਾਲ ਬੈਠ ਕੇ ਪ੍ਰਸ਼ਾਦਾ ਛਕਦੇ ਨੇ। ਭਾਵ ਉਹਨਾਂ ਵਿੱਚੋਂ ਭੇਦਭਾਵ ਖਤਮ ਕਰ ਦਿੱਤਾ। ਸਤਿਗੁਰੂ ਜੀ ਨੇ ਸੰਗਤ ਵਿੱਚੋਂ ਵੀ ਭੇਦਭਾਵ ਖਤਮ ਕਰਨ ਲਈ, ਸੰਗਤ ਦਾ ਮੇਨ ਭਾਵ ਵੀ ਅਸੀਂ ਜਿੱਥੇ ਇੱਕੋ ਨਾਮ ਦੀ ਵਿਚਾਰ ਕਰਨੀ ਹੈ, ਉੱਥੇ ਸਮਾਜਿਕ ਬੁਰਾਈਆਂ ਨੂੰ ਵੀ ਜੜ੍ਹੋਂ ਪੁੱਟਣਾ ਹੈ। ਸੰਗਤ ਦਾ ਕੇਵਲ ਭਾਵ ਇਹ ਨਹੀਂ ਹੈ ਵੀ ਅਸੀਂ ਉੱਥੇ ਨਾਮ ਜਪਣ ਜਾਂਦੇ ਹਾਂ। ਸੰਗਤ ਸਾਡੇ ਲਈ ਸਮਾਜਿਕ ਜੀਵਨ ਦਾ ਇੱਕ ਨੀਂਹ ਪੱਥਰ ਵੀ ਹੈ, ਜਿੱਥੇ ਸਾਡੇ ਆਪਸੀ ਵਿਚਾਰਾਂ ਦੀ ਚਰਚਾ ਵੀ ਹੁੰਦੀ ਹੈ, ਇੱਕ ਦੂਜੇ ਨਾਲ ਸੰਬੰਧ ਵੀ ਬਣਦੇ ਹਨ, ਇੱਕ ਦੂਜੇ ਨਾਲ ਪਰਿਵਾਰਕ ਰਿਸ਼ਤੇ ਵੀ ਜੁੜ ਜਾਂਦੇ ਹਨ। ਇਹ ਸੰਗਤ ਵਿੱਚੋਂ ਕਈ ਚੀਜ਼ਾਂ ਸਾਡੀਆਂ ਜੁੜਦੀਆਂ ਹਨ। ਤੇ ਗੁਰੂ ਪਾਤਸ਼ਾਹ ਜੀ ਨੇ ਜਿੱਥੇ ਸੰਗਤ ਦੀ ਬਖਸ਼ਿਸ਼ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਨੇ, ਉੱਥੇ ਗੁਰੂ ਸਾਹਿਬ ਜੀ ਨੇ ਇਹ ਪੰਗਤ ਦੀ ਬਖਸ਼ਿਸ਼ ਕੀਤੀ ਤਾਂ ਕਿ ਸਾਰੀ ਪ੍ਰਜਾ ਆਪਣੇ ਆਪ ਨੂੰ ਇੱਕ ਪਰਿਵਾਰ ਦਾ ਮੈਂਬਰ ਜਿਹੜਾ ਹੈ ਉਹ ਸਮਝੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪ੍ਰਚਾਰਕ ਦੌਰਿਆਂ ਵਿੱਚ 4 ਚੱਕ ਨੂੰ ਲਿਖਿਆ। ਭਾਈ ਗੁਰਦਾਸ ਜੀ ਨੇ 4 ਚੱਕ ਦੀ ਗੱਲ ਕੀਤੀ ਵੀ ਮਨੁੱਖਤਾ ਨੂੰ ਇੱਕ ਪ੍ਰਭੂ ਸਿਮਰਨ ਦੀ ਗੱਲ, ਭਾਈਚਾਰਕ ਬਰਾਬਰਤਾ ਦੀ ਗੱਲ, ਊਚ ਨੀਚ ਦਾ ਭੇਦ ਮਿਟਾਉਣ ਦੀ ਗੱਲ, ਖਤਮ ਕਰਨ ਦੀ ਗੱਲ, ਧਰਮ ਦੀ ਕਿਰਤ ਕਰਨ ਦੀ ਗੱਲ, ਵੰਡ ਛਕਣ ਦੀ ਗੱਲ, ਨਿਰਵੈਰ ਤੇ ਨਿਡਰ ਹੋ ਕੇ ਗੁਰੂ ਪਾਤਸ਼ਾਹ ਜੀ ਨੇ ਜੀਵਨ ਜਿਉਣ ਦੀ ਜਾਚ ਜਿਹੜੀ ਸੀ ਇਹ ਸਿਖਾਈ। ਹੁਣ ਜੋ ਕੁਝ ਗੁਰੂ ਨਾਨਕ ਸਾਹਿਬ ਨੇ ਧਰਮ ਪ੍ਰਚਾਰ ਅੰਦਰ ਕੀਤਾ ਜਾਂ ਪ੍ਰਚਾਰਕ ਦੌਰਿਆਂ ਦੇ ਅੰਦਰ ਕੀਤਾ, ਉਹਦੀ ਭਾਵਨਾ ਕੀ ਸੀ? ਇਹੋ ਹੀ ਸੀ। ਇਹ ਚੀਜ਼ਾਂ ਗੁਰੂ ਪਾਤਸ਼ਾਹ ਨੇ ਦਿਖਾਈ, ਇਹ ਸਿਖਾਈਆਂ ਗੁਰੂ ਸਾਹਿਬ ਜੀ। ਜਿਹੜੀ ਸੱਚੇ ਸੌਦੇ ਵਾਲੀ ਸਾਖੀ ਅਸੀਂ ਆਮ ਕਹਿ ਦਿੰਦੇ ਹਾਂ, ਇਹਦੇ ਵਿੱਚ ਭਾਵਨਾ ਲੋੜਵੰਦ ਦੀ ਸਹਾਇਤਾ ਕਰਨ ਦੀ ਸੀ। ਉੱਥੇ ਕੋਈ ਇਹ ਨਹੀਂ ਸੀ ਵੀ ਉੱਥੇ ਕਿਸੇ ਨੂੰ ਚੁਕਾ ਦਿੱਤਾ ਜਾਂ ਉੱਥੇ ਕਰ ਲਿਆ ਜਾਂ ਉੱਥੇ ਹੋਰ ਗੱਲ ਕਰ ਲਿਆ, ਇਹ ਕੋਈ ਗੱਲਬਾਤ ਨਹੀਂ ਸੀ। ਉੱਥੇ ਭਾਵਨਾ ਸੀ ਲੋੜਵੰਦ ਦੀ ਸਹਾਇਤਾ ਕਰਨ ਦੀ ਜਾਚ ਸਿੱਖਣ ਹੋਣੀ ਚਾਹੀਦੀ ਹੈ। ਜਦੋਂ 3 ਉਪਦੇਸ਼ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਰਦੇ ਹਨ ਤਾਂ ਉਹਦੇ ਵਿੱਚ ਵੀ ਇਹੀ ਗੱਲ ਕਰਦੇ ਹਨ, ਮਰਦਾਨਿਆਂ ਸਵੇਰੇ ਉੱਠ ਕੇ ਸਤਨਾਮ ਦਾ ਜਾਪ ਕਰਨਾ, ਕੇਸ ਕਤਲ ਨਹੀਂ ਕਰਾਉਣੇ ਤੇ ਘਰ ਆਏ ਹੋਏ ਲੋੜਵੰਦ ਦੀ ਸਹਾਇਤਾ ਕਰ। 3 ਉਪਦੇਸ਼ਾਂ ਵਿੱਚ ਇੱਕ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਵੀ ਭਾਈ ਮਰਦਾਨਾ ਜੀ ਨੂੰ ਦਿੱਤਾ। ਚਾਹੇ ਕਹਿ ਲਈਏ ਵੀ ਇਹ ਸਾਖੀ ਕੇਵਲ ਐਵੇਂ ਮਨੋਕਲਪਤ ਜੀ ਸਾਖੀ ਨਹੀਂ ਸਮਝਦੇ ਅਸੀਂ, ਇਹਦੇ ਵਿੱਚ ਗੁਰੂ ਪਾਤਸ਼ਾਹ ਨੇ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਗੱਲ ਜਿਹੜੀ ਕੀਤੀ ਹੈ। ਤੇ ਇਹ ਕਹਿ ਲਈਏ ਵੀ ਲਾਈਟ ਐਂਡ ਸਾਊਂਡ ਦਾ ਇੱਕ ਲਾਈਟ ਹਾਊਸ ਦਾ ਕੰਮ ਕਰ ਰਹੀ ਹੈ ਸਾਡੇ ਲਈ, ਵੀ ਜਿੱਥੋਂ ਸਾਨੂੰ ਸੇਵਾ ਕਰਨ ਦੀ ਜਾਚ ਜਿਹੜੀ ਹੈ ਹੋਣੀ ਚਾਹੀਦੀ ਹੈ। ਸਾਰਿਆਂ ਨੂੰ ਗੁਰੂ ਸਾਹਿਬ ਜੀ ਨੇ ਸਮਝਾਤਾ ਕਿ ਮੰਗਤਿਆਂ ਵਾਲਾ ਜੀਵਨ ਜਿਉਣ ਜਿਹੜਾ ਹੈ ਇਹ ਕਲੰਕ ਦੀ ਨਿਸ਼ਾਨੀ ਹੈ। ਮੰਗਤਿਆਂ ਵਾਲਾ ਜੀਵਨ ਨਹੀਂ ਜਿਉਣਾ। ਇਸ ਵਾਸਤੇ ਹੱਥੀਂ ਕਿਰਤ ਕਰਨ ਦੀ ਗੱਲ, ਜਿਸ ਦਾ ਸਤਿਕਾਰ ਕਾਇਮ ਕਰਨ ਦੀ ਗੱਲ ਕੀਤੀ, ਕਿ ਹੱਥੀਂ ਕਿਰਤ ਕਰਨ ਦਾ ਸਤਿਕਾਰ ਗੁਰੂ ਸਾਹਿਬ ਜੀ ਨੇ ਕਾਇਮ ਕੀਤਾ। ਹੋਰਨਾਂ ਨੂੰ ਲੁੱਟਣਾ ਵੀ ਜੀਵਨ ਦਾ ਮਨੋਰਥ ਨਹੀਂ ਹੈ। ਗੁਰੂ ਸਾਹਿਬ ਜੀ ਨੇ ਇਹ ਵੀ ਗੱਲ ਸਮਝਾ ਦਿੱਤੀ। ਆਪ ਕਮਾਓ, ਰੱਜ ਕੇ ਖਾਓ ਤੇ ਲੋੜਵੰਦਾਂ ਦੀ ਰੱਜ ਕੇ ਸੇਵਾ ਕਰੋ। ਇਹ ਨਿਸ਼ਾਨਾ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖਿਆ, ਜਿਹਨੂੰ ਅਸੀਂ ਸਾਰੰਗ ਦੀ ਵਾਰ ਦੇ ਵਿੱਚ ਲੋਕ ਵਿੱਚ ਅਸੀਂ ਆਮ ਪੜ੍ਹਦੇ ਹਾਂ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਹੀ ਪਛਾਣਦੇ ਹਨ। ਤੇ ਭਾਈ ਗੁਰਦਾਸ ਜੀ ਜਦੋਂ ਲਿਖਦੇ ਨੇ, ਹੱਥੀਂ ਕਾਰ ਕਮਾਵਨੀ ਪੈਰੀ ਚੱਲ ਸਤਸੰਗ ਮਲੇਹੀ, ਕਿਰਤ ਬਿਰਤ ਕਰ ਧਰਮ ਦੀ ਖੱਟ ਖਵਾਲਣ ਭਾਏ ਕਰੇ। ਕਿਰਤ ਬਿਰਤ ਕਰ ਧਰਮ ਦੀ ਦੇ ਪ੍ਰਸ਼ਾਦ ਆਨ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵਾਉਂਦਾ। ਇਹ ਗੱਲਾਂ ਵੀ ਸਾਨੂੰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚੋਂ ਮਿਲਦੀਆਂ ਹਨ। ਸਪਸ਼ਟ ਹੋ ਗਿਆ ਗੁਰਸਿੱਖ ਹੱਥਾਂ ਨਾਲ ਕਾਰ ਕਰੇ, ਪੈਰਾਂ ਨਾਲ ਤੁਰ ਕੇ ਸਤਸੰਗ ਜਾਵੇ, ਧਰਮ ਦੀ ਕਿਰਤ, ਧਰਮ ਦੀ ਕਮਾਈ ਕਰੇ ਤੇ ਕਿਰਤ ਕਰਕੇ ਉਹ ਪਿਆਰ ਸਤ ਆਪ ਖਾਵੇ ਤੇ ਨਾਲ ਅਗਲਾ ਸੀ ਹੋਰਨਾਂ ਨੂੰ ਖਵਾਵੇ। ਜਿਹੜੇ ਦਸਵੰਧ ਦੀ ਮਰਿਆਦਾ ਵਿੱਚ ਚੱਲੀ, ਉਹਦਾ ਮਕਸਦ ਵੀ ਇਹੋ ਹੀ ਸੀ ਵੀ ਹੋਰਨਾਂ ਨੂੰ ਖਵਾਵੇ, ਆਪ ਨਾ ਖਾਵੇ। ਪਹਿਲਾਂ ਆਪ ਖਾ ਕੇ ਸੌ ਜਾਣਾ ਇਹ ਸਿੱਖ ਦੇ ਕੰਮ ਨਹੀਂ ਹੈ। ਆਪਣੀ ਕਿਰਤ ਵਿੱਚੋਂ, ਆਪਣੇ ਕਮਾਈ ਵਿੱਚੋਂ ਦਸਵੰਧ ਦੀ ਜਿਹੜੀ ਮਰਿਆਦਾ ਗੁਰੂ ਸਾਹਿਬ ਜੀ ਨੇ ਚਲਾਈ, ਉਹਦਾ ਮੇਨ ਮਨੋਰਥ ਵੀ ਇਹੋ ਹੀ ਸੀ। ਗੁਰੂ ਸਾਹਿਬ ਜੀ ਜਿੱਥੇ ਵੀ ਆਪਣੇ ਪ੍ਰਚਾਰਕ ਦੌਰਿਆਂ ਦੇ ਉਦਾਸੀਆਂ ਦੇ ਸਮੇਂ 'ਚ ਗਏ, ਜਿੱਥੇ ਉਹਨਾਂ ਨੇ ਪ੍ਰਚਾਰਕ ਥਾਪੇ, ਉੱਥੇ ਸੰਗਤਾਂ ਵੀ ਕਾਇਮ ਕੀਤੀਆਂ
ਤੇ ਗੁਰੂ ਸਾਹਿਬ ਜੀ ਨਾਲ ਪੰਗਤਾਂ ਵੀ ਕਾਇਮ ਕੀਤੀਆਂ। ਇਕੱਲੀਆਂ ਸੰਗਤਾਂ ਹੀ ਕਾਇਮ ਨਹੀਂ ਕੀਤੀਆਂ, ਉੱਥੇ ਪੰਗਤ ਵੀ ਕਾਇਮ ਕੀਤੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਮਨੁੱਖਤਾ ਦੇ ਸਰਵਸ਼੍ਰੇਸ਼ਟ ਧਰਮ ਦਾ ਜੋ ਪ੍ਰਚਾਰ ਕੇਂਦਰ ਸੀ, ਉਹ ਕਰਤਾਰਪੁਰ ਦੇ ਵਿੱਚ ਪਹਿਲਾ ਪ੍ਰਚਾਰ ਕੇਂਦਰ ਆਪ ਬਣਾਇਆ। ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦਾ ਜੋ ਪਹਿਲਾ ਪ੍ਰਚਾਰ ਕੇਂਦਰ ਜਿਹੜਾ ਇੱਕ ਸੈਂਟਰ ਸੀ, ਜਿਹੜਾ ਸੀ ਉਹ ਜੋ ਅੱਜ ਪਾਕਿਸਤਾਨ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਰਤਾਰਪੁਰ ਜਾ ਸਥਾਪਿਤ ਕੀਤਾ। ਜ਼ਿੰਦਗੀ ਦੇ 18 ਸਾਲ ਇੱਥੇ ਗੁਰੂ ਸਾਹਿਬ ਜੀ ਨੇ ਆਖਰੀ ਇੱਥੇ ਬਤੀਤ ਕੀਤੇ। ਖੇਤੀਬਾੜੀ ਆਪ ਕੀਤੀ, ਉਹ ਤੋਂ ਜਿਹੜਾ ਅਨਾਜ ਹੋਇਆ ਉਹ ਸਰਬ ਲੰਗਰ ਵਿੱਚ ਪਾਇਆ, ਲੰਗਰ ਵਿੱਚ ਪਾਉਂਦੇ ਸੀ। ਇੱਕ ਐਸੀ ਮਹਾਨ ਧਰਮਸ਼ਾਲਾ ਸੀ ਇਹ ਇੱਕ ਗੁਰੂ ਸਾਹਿਬ ਜੀ ਦੇ ਵੇਲੇ ਦੀ, ਜਿਹੜੀ ਸਮਾਜ ਵਿੱਚ ਅਜੇ ਤੱਕ ਕਿਸੇ ਨੇ ਦੇਖੀ ਨਹੀਂ ਸੀ, ਜਿੱਥੇ ਆਤਮਿਕ ਸੰਤੁਸ਼ਟੀ ਲਈ, ਧੁਰ ਕੀ ਬਾਣੀ ਤੇ ਸੰਗਤ ਦੇ ਪੇਟ ਪੂਰਤੀ ਦੇ ਲਈ, ਪੇਟ ਭਰਨ ਦੇ ਲਈ ਸੁਚੱਜਾ ਲੰਗਰ ਦਾ ਪ੍ਰਬੰਧ ਜਿਹੜਾ ਸੀ ਉਹ ਕੀਤਾ ਗਿਆ ਸੀ। ਤੋ ਆਮ ਤੌਰ ਤੇ ਗੁਰਦੁਆਰੇ ਦੀਆਂ 5 ਨਿਸ਼ਾਨੀਆਂ ਗਿਣੀਆਂ ਜਾਂਦੀਆਂ ਨੇ, ਜੋ ਸਿੱਖ ਫਿਲਾਸਫੀ ਦੇ ਵਿੱਚ ਅਸੀਂ ਪਹਿਲਾਂ ਕਰ ਚੁੱਕੇ ਹਾਂ ਵੀ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਹੈ। ਰਹਿਤ ਮਰਿਆਦਾ ਵਿੱਚ ਅਸੀਂ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਚਾਹੀਦਾ, ਸੰਗਤ ਹੋਣੀ ਚਾਹੀਦੀ ਹੈ, ਪੰਗਤਾਂ ਤੇ ਲੰਗਰ ਹੋਣੇ ਚਾਹੀਦੇ, ਨਗਾਰਾ ਹੋਣਾ ਚਾਹੀਦਾ ਹੈ। ਇਸ ਨੂੰ ਆਮ ਗੱਲਾਂ ਅਸੀਂ ਇਹ ਆਮ 5 ਨਿਸ਼ਾਨੀਆਂ ਗੁਰਦੁਆਰਾ ਸਾਹਿਬ ਦੀਆਂ ਸਿਆਣੇ ਜਿਹੜੇ ਵਿਦਵਾਨ ਨੇ ਉਹ ਲਿਖੇ। ਜਿਸ ਤਰ੍ਹਾਂ ਮਨ ਨੂੰ ਬਲਵਾਨ ਕਰਨ ਦੇ ਲਈ ਸਤ ਸੰਗਤ ਰੂਪੀ ਪ੍ਰਭੂ ਦਾ ਨਾਮ, ਚੰਗੀ ਸੁਸਾਇਟੀ, ਚੰਗੀ ਸੰਗਤ ਦੀ ਲੋੜ ਹੈ। ਏਦਾਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਧੀਆ ਖੁਰਾਕ, ਚੰਗਾ ਜਲਵਾਯੂ, ਤੇ ਉਹ ਹਵਾ ਪਾਣੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਵਰਜਿਸ਼, ਕਸਰਤ, ਇਹ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ, ਜਿਹਨੂੰ ਅੱਜ ਕੱਲ੍ਹ ਅਸੀਂ ਵਰਕਆਊਟ ਕਹਿ ਕੇ ਗੱਲ ਕਰ ਲੈਂਦੇ ਹਾਂ। ਇਹ ਚੀਜ਼ਾਂ ਦੀ ਵੀ ਲੋੜ ਹੈ। ਇਹਨਾਂ ਦੋਵਾਂ ਲੋੜਾਂ ਦੀ ਪੂਰਤੀ ਲਈ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਾਰਾ ਕੁਝ ਆਰੰਭ ਕਰ ਦਿੱਤਾ ਸੀ। ਤੇ ਇਸ ਤੋਂ ਅੱਗੇ ਜਦੋਂ ਅਸੀਂ ਇਸ ਗੱਲ ਨੂੰ ਤੋੜਦੇ ਹਾਂ ਗੁਰੂ ਕਾਲ ਦੇ ਵੇਲੇ, ਤੇ ਗੁਰੂ ਅੰਗਦ ਦੇਵ ਜੀ ਨੇ ਇਹ ਸਰੀਰਕ ਮਜ਼ਬੂਤੀ ਦੇ ਲਈ ਮੱਲ ਅਖਾੜੇ ਕਾਇਮ ਕੀਤੇ। ਆਤਮਿਕ ਖੁਰਾਕ ਤੇ ਸਰੀਰਕ ਖੁਰਾਕ ਦੀ ਪੂਰਤੀ ਲਈ 2 ਮਹਾਨ ਲੰਗਰ ਜਾਰੀ ਰੱਖੇ ਗੁਰੂ ਅੰਗਦ ਦੇਵ ਮਹਾਰਾਜ ਨੇ। ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਧਰਮਸ਼ਾਲਾ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਗੁਰਦੁਆਰੇ ਕਹਿੰਦੇ ਹਾਂ, ਇਹ ਹੁਣ ਸਿੱਖ ਧਰਮ ਦਾ ਇੱਕ ਨਾ ਟੁੱਟਣ ਵਾਲਾ ਨਿਖੜਵਾਂ ਅੰਗ ਜਿਹੜੇ ਬਣ ਚੁੱਕੇ ਸੀ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਗੁਰਸ਼ਬਦ ਦਾ ਲੰਗਰ ਤੇਜ਼ੀ ਦੇ ਨਾਲ ਮਨੁੱਖਤਾ ਦੇ ਵਿੱਚ ਵਰਤਾਉਣਾ ਸ਼ੁਰੂ ਕੀਤਾ, ਔਰ ਇਹਦੇ ਲਈ ਜਿਹੜੀ ਸੱਤੇ ਬਣ ਦੀ ਬਲਵਾਰ, ਰਾਮਕਲੀ ਕੀ ਵਾਰ, ਰਾਏ ਬਲਵੰਤ ਤਥਾ ਸੱਤੇ ਡੂਮ ਆਖੀ, ਉਹਦੇ ਵਿੱਚੋਂ ਵੀ ਸਾਨੂੰ ਉਦਾਹਰਨਾਂ ਮਿਲਦੀਆਂ ਹਨ ਕਿ ਲੰਗਰ ਚਲੇ ਗੁਰਸ਼ਬਦ ਹਰ ਟੋਟ ਨਾ ਆਵੀ ਖਟੀਐ, ਖਰਚੇ ਦਿੱਤ ਖਸਮ ਦੀ ਆਪ ਖਹਿੰਦੀ ਖੈਰ ਦੇ ਵੱਟੀਐ। ਮਾਤਾ ਖੀਵੀ ਜੀ ਦੀ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ, ਤਨੋਂ ਮਨੋਂ ਧਨੋਂ ਧਨ ਨਾਲ ਗੁਰੂ ਦੇ ਲੰਗਰ ਦੀ ਸੇਵਾ ਮਾਤਾ ਖੀਵੀ ਜੀ ਨੇ ਕੀਤੀ। ਇਸਤਰੀ ਜਾਤੀ ਦੇ ਵਿੱਚੋਂ ਇੱਕ ਐਸੀ ਆਤਮਾ ਸੀ ਜਿਹਨੂੰ ਅਸੀਂ ਪਵਿੱਤਰ ਆਤਮਾ ਕਹਿੰਦੇ ਹਾਂ, ਜਿਨ੍ਹਾਂ ਦਾ ਨਾਮ ਪਹਿਲੀ ਬੀਬੀ ਹੈ, ਜਿਹਦਾ ਨਾਮ ਧੁਰ ਕੀ ਬਾਣੀ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ। ਜਿਹੜੀ ਗੁਰੂ ਗ੍ਰੰਥ ਸਾਹਿਬ ਅੰਦਰ ਬਾਣੀ ਦਰਜ ਕੀਤੀ, ਉਹਦੇ ਵਿੱਚ ਮਾਤਾ ਖੀਵੀ ਦਾ ਨਾਮ ਵੀ ਦਰਜ ਕੀਤਾ ਗਿਆ। ਉਹਨਾਂ ਦੀ ਸੇਵਾ ਸੀ, ਘਾਲਣਾ ਸੀ ਉਹਨਾਂ ਦੀ। ਰਾਬੀ ਬਲਵੰਡ ਜੀ ਨੇ ਆਪ ਜੀ ਨੇ ਜਦੋਂ ਵਡਿਆਈ ਕੀਤੀ, ਇਹ ਗੱਲ ਸਪਸ਼ਟ ਕਰ ਦਿੱਤੀ ਕਿ ਉਹ ਗੁਰੂ ਉਪਦੇਸ਼ਾਂ ਦੇ ਅਨੁਸਾਰ ਚੱਲਣ ਵਾਲੇ, ਆਪਣੇ ਜੀਵਨ ਨੂੰ ਕਮਾਉਣ ਵਾਲੇ, ਧਨਤਾ ਦੇ ਯੋਗ ਹਨ, ਭਾਵੇਂ ਇਸਤਰੀ ਹੈ ਭਾਵੇਂ ਪੁਰਸ਼ ਹਨ, ਜਿਹੜੇ ਗੁਰੂ ਉਪਦੇਸ਼ਾਂ ਦੇ ਅਨੁਸਾਰ ਚੱਲਦੇ ਹਨ। ਐਸੇ ਪ੍ਰਾਣੀਆਂ ਦੇ ਪਾਸ ਤਾਂ ਸਿਰਫ ਬੈਠਣ ਨਾਲ ਮਨ ਨੂੰ ਸ਼ਾਂਤੀ ਹੀ ਪ੍ਰਾਪਤ ਨਹੀਂ ਹੁੰਦੀ। ਕਹਿੰਦੇ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਜੇਠ ਹਾੜ ਦੀ ਕੜਕਦੀ ਧੁੱਪ ਵਿੱਚ ਇੱਕ ਸੰਘਣੇ ਪੱਤਿਆਂ ਵਾਲਾ ਦਰਖਤ ਸਰੀਰ ਨੂੰ ਠੰਡਕ ਪਹੁੰਚਾ ਰਿਹਾ ਹੋਵੇ। ਇਹਨਾਂ ਦੀ ਸੰਗਤ ਕਰਕੇ ਵੀ ਇਹੋ ਜਿਹੀ ਠੰਡਕ ਜਿਹੜੀ ਹੈ ਉਹ ਮਹਿਸੂਸ ਹੁੰਦੀ ਹੈ। ਇਹ ਵੀ ਇਤਿਹਾਸ ਲਿਖਦਾ ਹੈ, ਗੁਰਬਾਣੀ ਵੀ ਲਿਖਦੀ ਹੈ ਕਿ ਗੁਰੂ ਦੇ ਲੰਗਰ ਵਿੱਚ ਦੁੱਧ, ਘਿਓ, ਮੱਖਣ, ਖੀਰ, ਉੱਤਮ ਅਵਸਥਾ ਦੀ ਸੇਵਾ ਕਰਨਾ ਮਾਤਾ ਖੀਵੀ ਜੀ ਦਾ ਜਿਹੜਾ ਸੀ ਨਿੱਤ ਦਾ ਕਾਰ ਵਿਹਾਰ ਸੀ, ਜਿਹਦੇ ਚ ਉਹਨਾਂ ਦੇ ਸੱਤੇ ਬਲ ਰਾਏ ਰਾਮਕਲੀ ਕੀ ਵਾਰ ਵਿੱਚ ਬਲਵੰਡ ਜੀ ਲਿਖਦੇ ਨੇ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਕ ਪਤਰਾਲੀ। ਦੇਖੋ ਕਿਆ ਕਮਾਲ ਦੇ ਬੋਲ ਹਨ। ਲੰਗਰ ਦੌਲਤ ਵੱਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਉਹ ਲੰਗਰ ਦੀ ਪ੍ਰਥਾ ਨੂੰ ਦੇਖ ਕੇ ਇਹ ਪਛੜੀਆਂ ਜਿਹੜੀਆਂ ਨੀਵੀਆਂ ਅਖੌਤੀ ਜਾਤੀਆਂ, ਨੀਵੀਆਂ ਜਾਤੀਆਂ ਸਨ, ਉਹ ਲੋਕ ਤਾਂ ਬੜੇ ਖੁਸ਼ ਹੋਏ। ਹਰ ਇੱਕ ਦੀ ਜ਼ੁਬਾਨ ਤੇ ਇਹ ਗੱਲ ਆਉਣੀ ਸ਼ੁਰੂ ਹੋ ਗਈ ਕਿ ਸੰਸਾਰ ਦੀ ਕੋਈ ਮਹਾਨ ਹਸਤੀ ਆਈ ਹੈ, ਐਸੀ ਕੋਈ ਮਹਾਨ ਆਤਮਾ ਸੰਸਾਰ ਵਿੱਚ ਆਈ ਹੈ ਜਿਸਨੇ ਔਰਤ ਕੀ, ਮਰਦ ਕੀ, ਨੂਚ ਕੀ, ਨੀਚ ਕੀ, ਅਮੀਰ ਕੀ, ਗਰੀਬ ਕੀ, ਸਾਰਿਆਂ ਨੂੰ ਇੱਕ ਬਰਾਬਰਤਾ ਦਾ ਸਥਾਪਿਤ ਜਿਹੜਾ ਅਧਿਕਾਰ ਅਮਲੀ ਪ੍ਰੈਕਟੀਕਲ ਤੌਰ ਤੇ ਇਹ ਲਾਈਫ ਜਿਹੜੀ ਅਧਿਕਾਰ ਜਿਹੜਾ ਹੈ ਉਹ ਦੇ ਦਿੱਤਾ ਹੈ। ਇਹੋ ਹੀ ਧਰਮ ਹੈ ਪ੍ਰਭੂ ਦਾ ਸੱਚਾ ਧਰਮ ਜਿਹਨੂੰ ਕਿਹਾ ਜਾ ਸਕਦਾ ਹੈ।
ਕਿ ਜਿੱਥੇ ਲੋਕ ਖੁਸ਼ ਸੀ ਉੱਥੇ ਇਹੋ ਜਿਹੇ ਵੀ ਸਨ ਜਿਹੜੇ ਜਿਨ੍ਹਾਂ ਦੀ ਚੌਧਰ ਪਹਿਲਾਂ ਬਣੀ ਹੋਈ ਸੀ ਧਾਰਮਿਕ ਆਗੂ ਹੋਣ ਕਰਕੇ ਉਹਨਾਂ ਨਕਲੀ ਚੌਧਰੀਆਂ ਦੇ ਲੀਡਰਾਂ ਨੂੰ ਸੰਗਤ ਦੇ ਲੰਗਰ ਦੀ ਪ੍ਰਥਾ ਜਿਹੜੀ ਮਾਫਕ ਨਹੀਂ ਸੀ ਆਉਂਦੀ, ਸੰਗਤ ਵਿੱਚ ਆ ਜਾਣਾ ਪਰ ਪੰਗਤ ਵਿੱਚ ਜਾਣ ਤੋਂ ਪਹਿਲਾਂ ਚੋਰੀ ਖਿਸਕ ਜਾਣਾ। ਅੱਜ ਵੀ ਤੁਸੀਂ ਦੇਖਿਆ ਹੋਏਗਾ ਬਹੁਤ ਸਾਰੇ ਸੱਜਣ ਇਹੋ ਜਿਹੇ ਸਾਨੂੰ ਵੀ ਮਿਲ ਜਾਂਦੇ ਨੇ ਜਿਹੜੇ ਸੰਗਤ ਤਾਂ ਕਰਦੇ ਹਨ ਪਰ ਕੜਾਹ ਪ੍ਰਸ਼ਾਦ ਲੈਣ ਤੋਂ ਪਹਿਲਾਂ ਹੀ ਉੱਠ ਕੇ ਚਲੇ ਜਾਂਦੇ ਹਨ ਵੀ ਉਹਨਾਂ ਦੀ ਮਰਿਆਦਾ ਮੁਤਾਬਕ ਤਿਆਰ ਨਹੀਂ ਹੋਇਆ। ਤੇ ਮੈਨੂੰ ਤਾਂ ਅਜੇ ਤੱਕ ਸਮਝ ਨਹੀਂ ਆਈ ਕਿ ਉਹ ਮਰਿਆਦਾ ਕੀ ਹੋਵੇਗੀ ਜਿਹੜਾ ਕੜਾਹ ਪ੍ਰਸ਼ਾਦ ਲੈਣ ਤੋਂ ਵੀ ਇਨਕਾਰ ਕਰਨ ਵਾਲਾ ਸੱਜਣ ਹੋਏਗਾ। ਇਹ ਗੱਲ ਮੈਨੂੰ ਅਜੇ ਤੱਕ ਵੀ ਸਮਝ ਨਹੀਂ ਆਈ ਕਿ ਉਹਨਾਂ ਦੀ ਪਰੰਪਰਾ ਕਿਹੋ ਜਿਹੀ ਹੋਏਗੀ ਜਿਸ ਪਰੰਪਰਾਵਾਂ ਚੋਂ ਗੁਰੂ ਸਾਹਿਬਾਨ ਸਾਨੂੰ ਕੱਢਦੇ ਰਹੇ ਅਸੀਂ ਉਸੇ 'ਚ ਧੱਕੇ ਖਾਂਦੇ ਅੱਜ ਫਿਰ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹਾਂ। ਇਹ ਉਹ ਬ੍ਰਾਹਮਣ ਵੀ ਇਹੋ ਹੀ ਕਰਦਾ ਸੀ ਵੀ ਚਲੋ ਜੇ ਸੰਗਤ 'ਚ ਆ ਵੀ ਗਏ ਉੱਚ ਜਾਤੀ ਵਾਲੇ ਆਪਣੇ ਆਪ ਨੂੰ ਸੁੱਚ ਭਿੱਟ ਨੂੰ ਕਾਇਮ ਕਰਨ ਦੇ ਲਈ ਸੰਗਤ 'ਚ ਉੱਠ ਕੇ ਚੱਲ ਜਾਂਦੇ ਸੀ। ਤੇ ਇਸੇ ਭੇਦਭਾਵ ਰੱਖਣ ਵਾਲਿਆਂ ਲਈ ਫਿਰ ਗੁਰੂ ਅਮਰਦਾਸ ਜੀ ਨੇ ਹੁਕਮ ਹੀ ਕਰ ਦਿੱਤਾ ਜਿਹੜੇ ਪ੍ਰਾਣੀ ਨੇ ਸਾਡੇ ਪਾਸ ਆਉਣਾ ਹੈ ਉਹ ਪਹਿਲਾਂ ਲੰਗਰ ਵੀ ਜਾ ਕੇ ਪੰਗਤ ਵਿੱਚ ਬੈਠੇ ਤੇ ਪ੍ਰਸ਼ਾਦ ਸੇ ਇਹ ਘਰ ਗੁਰੂ ਘਰ ਦੀਆਂ ਵਿੱਚ ਇਹ ਕਹਿ ਲਈਏ ਛੂਤ ਛਾਤ ਨੂੰ ਸਦਾ ਲਈ ਖਤਮ ਕਰਨ ਦੇ ਲਈ ਇੱਕ ਨਿਯਮ ਜਿਹੜਾ ਸੀ ਉਹ ਪੱਕਾ ਕਰ ਦਿੱਤਾ ਗਿਆ। ਜੇ ਦੁਨੀਆ ਦਾ ਬਾਦਸ਼ਾਹ ਉਸ ਵੇਲੇ ਬਾਦਸ਼ਾਹ ਅਕਬਰ ਆਇਆ, ਹਰੀਪੁਰ ਦਾ ਰਾਜਾ ਤੇ ਉਹਦੀਆਂ ਰਾਣੀਆਂ ਆਈਆਂ, ਉਹ ਗੋਇੰਦਵਾਲ ਪਹੁੰਚੇ ਤਾਂ ਉਹਨਾਂ ਨੇ ਪਹਿਲਾਂ ਲੰਗਰ ਵੀ ਜਾ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਿਆ ਫਿਰ ਦਰਬਾਰ ਵਿੱਚ ਗਏ। ਇਹ ਮਰਿਆਦਾ ਸੀ ਗੁਰੂ ਘਰ। ਭਾਵੇਂ ਵੀਰਬਲ ਉੱਚ ਜਾਤੀ ਦਾ ਬ੍ਰਾਹਮਣ ਸੀ, ਉੱਚ ਕੋਟੀ ਦਾ ਬ੍ਰਾਹਮਣ ਸੀ ਜਿਹਦਾ ਨਾਮ ਮਹੇਸ਼ ਦਾਸ ਸੀ। ਇਹਨੇ ਬੜਕਾਨਾ ਬੱਟੀ ਵੀ ਕੀਤੀ ਪਰ ਬਾਦਸ਼ਾਹ ਦੇ ਸਾਹਮਣੇ ਇਹ ਇਨਕਾਰ ਤਾਂ ਨਾ ਕਰ ਸਕਿਆ। ਬੱਧਾ ਚੱਕੀ ਭਰ ਕੇ ਲੰਗਰ 'ਚ ਜਾ ਤਾਂ ਬੈਠਾ ਪਰ ਉਹਦੀ ਘੁਣਸ ਜਿਹੀ ਸੀ ਅੰਦਰ ਭਖਦੀ ਰਹੀ ਚੰਗਿਆਰੀ ਤੇ ਉਹ ਹਕੂਮਤ ਦੇ ਕੰਨ ਭਰ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਵਿੱਚ ਜਹਾਂਗੀਰ ਦੇ ਕੰਨ ਭਰ ਕੇ ਵੀ ਇਸ ਮਹੇਸ਼ ਦਾਸ ਬ੍ਰਾਹਮਣ ਦਾ ਵੀਰਬਲ ਦਾ ਬੜਾ ਇੱਕ ਹੱਥ ਹੈ ਜਿਹਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦੀ ਤੇ ਤੱਤੀ ਤਵੀ ਦੇ ਬਿਠਾਉਣ ਦੇ ਵਿੱਚ ਵੀ ਇਹਦੇ ਆਪਣਾ ਰੋਲ ਹੈ। ਕਿਉਂਕਿ ਇਹਨੂੰ ਇਹ ਕਦੀ ਵੀ ਇਹ ਪਸੰਦ ਨਹੀਂ ਸੀ ਕਰਦੇ ਕਿ ਇਹ ਗੁਰੂ ਦਰਬਾਰ ਵਿੱਚ ਜਾ ਕੇ ਸਾਨੂੰ ਇੱਕ ਪੰਗਤ ਵਿੱਚ ਬਹਿਣਾ ਪਵੇ। ਜਦੋਂ ਇਹ ਗੁਰੂ ਜੀ ਦੇ ਅਕਬਰ ਬੜਾ ਖੁਸ਼ ਹੋਇਆ ਕਿਉਂਕਿ ਅਕਬਰ ਜਿਹੜਾ ਦੀਨੇ ਇਲਾਹੀ ਵਾਲਾ ਵਿਅਕਤੀ ਸੀ, ਕੁਝ ਖੁੱਲੇ ਵਿਚਾਰਾਂ ਦਾ ਵਿਅਕਤੀ ਸੀ, ਕੱਟੜ ਸ਼ਰਹੀ ਨਹੀਂ ਸੀ ਵੀ ਉਹਦੇ 'ਚ ਕੱਟੜ ਸ਼ਰ੍ਹਾ ਦੇ ਉੱਤੇ ਹੀ ਉਹ ਚੱਲਦਾ। ਲੰਗਰ ਦੇ ਖਰਚ ਲਈ ਜਦੋਂ ਉਹਨੇ ਜਗੀਰ ਦੇਣ ਦੀ ਗੱਲ ਕੀਤੀ ਤਾਂ ਗੁਰੂ ਜੀ ਨੇ ਲੈਣ ਤੋਂ ਇਨਕਾਰ ਕਰ ਕੇ ਦੱਸਿਆ ਲੰਗਰ ਤਾਂ ਸਿੱਖਾਂ ਦੀ ਇੱਕ ਮਿਲਵੀਂ ਸੇਵਾ ਤੇ ਭੇਟਾ ਨਾਲ ਚੱਲਣਾ ਤੇ ਚੱਲਣਾ ਵੀ ਇਸੇ ਤਰ੍ਹਾਂ ਚਾਹੀਦਾ। ਪਰ ਕੀ ਅੱਜ ਅਸੀਂ ਇਸ ਸਿਧਾਂਤ ਤੇ ਪਹਿਰਾ ਦਿੱਤਾ ਕਿ ਅਸੀਂ ਸਿਧਾਂਤ ਤੇ ਪਹਿਰਾ ਦੇ ਰਹੇ ਹਾਂ? ਬਿਲਕੁਲ ਨਹੀਂ ਦੇ ਰਹੇ। ਅੱਜ ਕੋਈ ਅਮੀਰ ਧਨਾੜ ਪੁਰਖ ਅਸੀਂ ਪਹਿਲਾਂ ਹੀ ਆਸਾ ਲਾਏ ਹੁੰਦੇ ਫਲਾਣਾ ਆਏਗਾ, ਉਹ ਇੰਨਾ ਪੈਸਾ ਦੇ ਕੇ ਜਾਏਗਾ, ਉਹਨੂੰ ਸਰੂਪਾ ਫਲਾਣਾ ਦੇਣਾ, ਉਹਨੂੰ ਚਾਦਰ ਦੇਣੀ ਹੈ, ਉਹਨੂੰ ਅਸੀਂ ਫਲਾਣਾ ਮਾਨ ਦੇਣਾ, ਉਹਨੂੰ ਫਲਾਣਾ ਸਨਮਾਨ ਦੇਣਾ। ਇਹ ਸਕੀਮਾਂ ਪਹਿਲਾਂ ਹੀ ਲੱਗੀਆਂ ਹੁੰਦੀਆਂ, ਉਹਨੂੰ ਮੋਮੈਂਟੋ ਬਣਾਇਆ ਜਾਂਦਾ, ਸਪੈਸ਼ਲ ਕੀਤਾ ਜਾਂਦਾ। ਪਰ ਗੁਰੂ ਘਰ ਗੁਰੂ ਅਮਰਦਾਸ ਮਹਾਰਾਜ ਨੇ ਇਨਕਾਰ ਕਰ। ਇਸ ਤੋਂ ਬਾਅਦ ਜਦੋਂ ਵੀ ਕਦੀ ਵੀ ਲਾਲੂ, ਦੁਰਗਾ, ਉਗਰਸੈਨ, ਗੰਗੂ, ਸੋਹਣ ਇਹ ਗੁਰੂ ਦੇ ਕੋਲ ਆ ਕੇ ਸਿੱਖਾਂ ਦੀ ਮੈਂ ਗੱਲ ਕਰ ਰਿਹਾ ਹਾਂ, ਇਹਨਾਂ ਨੇ ਜੀਵਨ ਮੁਕਤ ਹੋਣ ਦੀ ਯਾਤਨਾ ਕੀਤੀ ਤਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਵੀ ਘਰ ਆਏ ਮਹਿਮਾਨ ਨੂੰ ਜਾਂ ਲੋੜਵੰਦ ਨੂੰ, ਅਤਿਥੀ ਨੂੰ ਪ੍ਰਸ਼ਾਦਾ ਛਕਾਉਣ ਲਈ ਸਭ ਤੋਂ ਉੱਤਮ ਕਿਰਿਆ ਹੈ ਜਿਹੜਾ ਭੁੱਖਾ ਹੈ ਉਹਦਾ ਪੇਟ ਭਰਨਾ, ਜਿਹੜਾ ਨੰਗਾ ਹੈ ਉਹਨੂੰ ਢਕਣਾ, ਜਿਹੜਾ ਨੰਗਾ ਹੈ ਉਹਨੂੰ ਢਕਣਾ, ਉਹਦਾ ਪੇਟ ਭਰਨਾ, ਭੁੱਖੇ ਦਾ ਪੇਟ ਭਰਨਾ, ਨੰਗੇ ਨੂੰ ਢਕਣਾ। ਭਾਵ ਕੱਪੜੇ ਦੀ ਜਿਹੜੀ ਹੈ ਉਹ ਵੀ ਲੰਗਰ ਵਿੱਚ ਹੀ ਗਿਣਿਆ ਜਾਂਦਾ ਹੈ। ਕਿਸੇ ਦੀ ਲੋੜ ਪੂਰੀ ਕਰਨੀ, ਕਿਸੇ ਦੇ ਬੱਚੇ ਨੂੰ ਸਿੱਖਿਆ ਦੇਣੀ, ਇਹ ਵੀ ਸਾਡੇ ਲੰਗਰ ਵਿੱਚ ਗਿਣਿਆ ਜਾਂਦਾ ਹੈ। ਗੱਲ ਸਿਰਫ ਲੋੜਵੰਦ ਦੀ ਸਹਾਇਤਾ ਦੀ, ਜੀਵਨ ਨੂੰ ਕਾਇਮ ਰੱਖਣ ਲਈ, ਕਿਸੇ ਦੇ ਜੀਵਨ ਨੂੰ ਬਚਾਉਣ ਦੇ ਲਈ, ਭੁੱਖੇ ਦਾ ਪੇਟ ਭਰਨ ਲਈ ਹੋਰ ਕੋਈ ਸ੍ਰੇਸ਼ਟ ਦਾਨ ਨਹੀਂ ਹੈ ਇਸ ਤੋਂ ਇਲਾਵਾ ਜਿਹਨੂੰ ਦਾਨ ਅਸੀਂ ਕਹਿ ਦਈਏ। ਆਪਣੀ ਕਮਾਈ ਨੂੰ ਦੂਜਿਆਂ ਨਾਲ ਵੰਡ ਕੇ ਛਕੋ। ਭੁੱਖੇ ਨੂੰ ਅੰਨ ਤੇ ਨੰਗੇ ਨੂੰ ਬਸਤਰ ਦੇਣਾ ਹਜ਼ਾਰਾਂ ਹੀ ਜੱਗ ਕਰਨ ਤੋਂ ਨਾ ਜ਼ਿਆਦਾ ਸ੍ਰੇਸ਼ਟ ਕਰਮ ਹੈ। ਤਾਂ ਅਸੀਂ ਸਿਰਫ ਇੰਨੀ ਗੱਲ ਕਰਨੀ ਚਾਹੁੰਦੇ, ਮੈਂ ਸ਼ਾਰਟ ਵਿੱਚ ਅੱਗੇ ਨੂੰ ਚੱਲਾਂ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਲੰਗਰ ਦੀ ਪ੍ਰਥਾ ਦੇ ਵਿੱਚ ਬੜਾ ਹੀ ਯੋਗਦਾਨ ਪਾਇਆ ਔਰ ਇਸ ਛੂਤ ਛਾਤ ਤੇ ਵਹਿਮ ਭਰਮ ਦਾ ਜਿਹੜਾ ਬਿਸਤਰਾ ਸੀ ਇਹਨੂੰ ਕਹਿ ਲਈਏ ਸਦਾ ਲਈ ਗੁਰੂ ਸਾਹਿਬ ਜੀ ਨੇ ਗੋਲ ਕਰਤਾ। ਇੱਕ ਸਾਖੀ ਆਉਂਦੀ ਹੈ ਜਿਹਦਾ ਜ਼ਿਕਰ ਜ਼ਰੂਰੀ ਸਮਝਦਾ ਕਿ ਇੱਕ ਵਾਰ ਗੁਰੂ ਜੀ ਪਾਸ ਇੱਕ ਵੈਸ਼ਨੋ ਪੰਡਤ ਆਇਆ। ਉਸਨੇ ਸੁੱਚ ਤੇ ਸੋਧ ਦੇ ਖਿਆਲ ਨਾਲ ਗੁਰੂ ਕੇ ਲੰਗਰ ਵਿੱਚ ਭੋਜਨ ਛਕਣ ਦੀ ਥਾਂ ਤੇ ਸੁੱਕੀ ਰਸਤ ਮੰਗੀ ਜੋ ਦੇ ਦਿੱਤੀ ਗਈ। ਪਰੰਤੂ ਭੋਜਨ ਤਿਆਰ ਕਰਨ ਦੇ ਲਈ
ਉਹ ਜਦੋਂ ਉਹਨੇ ਭੋਜਨ ਤਿਆਰ ਕਰਨ ਲਈ ਧਰਤੀ ਪੁੱਟਣੀ ਸ਼ੁਰੂ ਕੀਤੀ, ਚੁੱਲ੍ਹਾ ਬਣਾਉਣਾ ਸੀ, ਤੇ ਜਿੱਥੋਂ ਪੁੱਟੇ ਉੱਥੋਂ ਹੱਡੀਆਂ ਨਿਕਲਾਂ, ਇੱਕ ਸਾਖੀ ਆਉਂਦੀ ਹੈ। ਇਹ ਸਿਰਫ ਸਮਝਾਉਣ ਦੀ ਗੱਲ ਕਰ ਰਿਹਾ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚੋਂ। ਜਦੋਂ ਗੁਰੂ ਦੀ ਸੇਵਾ 'ਚ ਹਾਰ ਟੁੱਟ ਕੇ ਜਦੋਂ ਜਿੱਥੇ ਪੁੱਟੇ ਉਦੋਂ ਹੱਡੀਆਂ, ਗੁਰੂ ਦੀ ਸੇਵਾ 'ਚ ਆ ਕੇ ਹਾਜ਼ਰ ਹੋ ਗਿਆ ਮਹਾਰਾਜ। ਤਾਂ ਸਤਿਗੁਰੂ ਨੇ ਸਮਝਾਇਆ ਵੀ ਬਾਹਰੀ ਸੁਚਿਤ ਤੇ ਸੋਧ ਦੀ ਅਸਲੀਅਤ ਜਿਹੜੀ ਇਹ ਨਹੀਂ ਹੈ ਵੀ ਅਸੀਂ ਆਪਣੀ ਰਸਦ ਲੈ ਲਈਏ ਤੇ ਆਪਣਾ ਲੰਗਰ ਬਣਾਈਏ, ਇਹ ਆਪਣਾ ਵੱਖਰਾ ਹੋ ਕੇ ਬਣਾਈਏ। ਸਤਿਗੁਰੂ ਜੀ ਨੇ ਉਹਨੂੰ ਸਮਝਾ ਦਿੱਤਾ ਕਿ ਸਫਾਈ ਰੱਖਣ ਦੇ ਜਿਹੜਾ ਸੁਨਹਿਰੀ ਸਿਧਾਂਤ ਹੈ, ਜਿਹੜਾ ਗੁਰੂ ਅਮਰਦਾਸ ਜੀ ਨੇ ਵੀ ਦਿੱਤਾ, ਵੀ ਲੰਗਰ ਵੀ ਜਿਹੜਾ ਤਿਆਰ ਹੁੰਦਾ ਹੈ ਬੜੀ ਸਫਾਈ ਦੇ ਨਾਲ ਹੁੰਦਾ। ਇੱਥੇ ਸੁੱਚ ਭੇਟ ਦੀਆਂ ਗੱਲਾਂ ਕਰਨ ਦਾ ਸਿਲਸਿਲਾ ਜਿਹੜਾ ਹੈ ਉਹ ਨਹੀਂ ਚੱਲਦਾ। ਤੋ ਗੁਰੂ ਸਾਹਿਬ ਜੀ ਨੇ ਇਹ ਗੱਲਾਂ ਸਾਨੂੰ ਸਾਖੀਆਂ ਦੇ ਵਿੱਚ ਵੀ ਸਮਝਾਈਆਂ। ਜੇ ਅਸੀਂ ਗੁਰੂ ਰਾਮਦਾਸ ਜੀ ਦੀ ਗੱਲ ਕਰਦੇ ਹਾਂ, ਪਹਿਲਾਂ ਤਾਂ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਰਹੇ, ਉਹਨਾਂ ਤੋਂ ਹੀ ਸਿੱਖੀ ਦੀ ਦਾਤ ਲਈ। ਫਿਰ ਗੁਰੂ ਕੇ ਲੰਗਰ ਦੇ ਲਈ ਲੱਕੜਾਂ ਢਾਉਣ ਦਾ ਕੰਮ ਕਰਦੇ ਰਹੇ, ਸਿਰ ਤੇ ਟੋਕਰੀ ਚੁੱਕ ਕੇ ਬੋਲੀ ਦੀ ਸੇਵਾ ਵੀ ਕੀਤੀ, ਇਹ ਸਿੱਖਾਂ ਨੂੰ ਸੇਵਾ ਵੀ ਸਿਖਾਈ। ਕਰਤਾਰਪੁਰ, ਖਡੂਰ ਸਾਹਿਬ ਤੇ ਗੋਂਦਵਾਲੇ ਵਿਖੇ ਚਲਾਏ ਲੰਗਰਾਂ ਦੇ ਨਾਲ ਨਾਲ ਇਹਨਾਂ ਨੇ ਫਿਰ ਗੁਰੂ ਕੇ ਚੱਕ, ਜਿਹਨੂੰ ਅਸੀਂ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ, ਆਪਣੀ ਦੇਖ ਰੇਖ ਵਿੱਚ ਜਾ ਕੇ ਗੁਰੂ ਜੀ ਲੰਗਰ ਤੋੜਿਆ। ਇੱਥੇ ਇਹਨਾਂ ਨੇ ਲੰਗਰ ਦੀ ਮਰਿਆਦਾ ਜਿਹੜੀ ਸੀ ਉੱਥੇ ਚਲਾਤੀ। ਇੱਕ ਵਾਰ ਜਦੋਂ ਗੁਰੂ ਜੀ ਦੇ ਲਾਹੌਰ ਗਏ, ਉੱਥੇ ਵੀ ਆਗਿਆ ਕੀਤੀ ਗੁਰੂ ਜੀ ਨੇ ਵੀ ਜਿਹੜੀ ਮਾਇਆ ਉੱਥੇ ਭੇਟ ਹੁੰਦੀ ਹੈ ਉਹ ਸਾਰੀ ਲੰਗਰ 'ਚ ਪਾਈ ਜਾਵੇ, ਉੱਥੇ ਲੰਗਰ ਚਲਾਇਆ ਜਾਵੇ। ਮਾਇਆ ਦਾ ਜਿਹੜੀ ਹੈ ਆਪਣੇ ਪਾਸ ਜਾ ਕੇ ਗੁਰੂ ਘਰ 'ਚ ਇੱਧਰ ਨਹੀਂ ਲਿਆਉਣੀ, ਉੱਥੇ ਉਹਦਾ ਲੰਗਰ ਚਲਾ ਦਿੱਤਾ ਜਾਏ। ਅੱਜ ਵੀ ਜੇ ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੀ ਗੱਲ ਕਰਦੇ ਹਾਂ, ਇੱਕ ਅਦੁੱਤੀ ਲੰਗਰ ਹੈ, ਇੱਕ ਐਸਾ ਕੇਂਦਰ ਹੈ ਸਿੱਖੀ ਦਾ ਜਿੱਥੇ ਲਗਾਤਾਰ 24 ਆਵਰਸ ਜਿਹੜਾ ਹੈ ਇਹ ਲੰਗਰ ਚੱਲਦਾ ਹੈ। ਤੇ ਇਹਦੇ ਤੇ ਕਿੰਨਾ ਖਰਚ ਹੁੰਦਾ ਹੈ, ਕਿੰਨਾ ਕੁਛ ਹੋ ਰਿਹਾ ਹੈ। ਇਹ ਗੱਲ ਇੱਕ ਆਮ ਕਹਾਵਤ ਹੈ ਅੱਜ ਵੀ ਕਿ ਅੰਮ੍ਰਿਤਸਰ ਵਿੱਚ ਕੋਈ ਭੁੱਖਾ ਨਹੀਂ ਸੌਂਦਾ। ਅੱਜ ਵੀ ਇਹ ਕਹਾਵਤ ਹੈ ਵੀ ਅੰਮ੍ਰਿਤਸਰ ਵਿੱਚ ਕੋਈ ਭੁੱਖਾ ਨਹੀਂ ਸੌਂਦਾ। ਵਿਦੇਸ਼ੀ ਯਾਤਰੂ ਆਉਣ, ਸਰਬੱਤ ਲਈ ਦੇਗ ਤੇ ਸਰਬੱਤ ਲਈ ਇਹ ਲੋੜਵੰਦ ਦੀ ਸਹਾਇਤਾ ਲਈ ਭੋਜਨ, ਇਹ ਸਭ ਕੁਝ ਭਾਵੇਂ ਉੱਥੇ ਹੈ। ਅੱਜ ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਦੇ ਉਸ ਦਰਬਾਰ ਦੇ ਵਿੱਚ ਉਸੇ ਤਰ੍ਹਾਂ ਚੱਲਦਾ ਰਹਿੰਦਾ। ਥੋੜਾ ਜਿਹਾ ਹੋਰ ਅੱਗੇ ਨੂੰ ਚੱਲੀਏ, ਗੁਰੂ ਅਰਜਨ ਦੇਵ ਜੀ ਦੇ ਸਮੇਂ 'ਚ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਦੇਖਿਆ ਵੀ ਸੰਗਤਾਂ ਬਹੁਤ ਵੱਧ ਗਈਆਂ ਹਨ, ਤਾਂ ਗੁਰੂ ਜੀ ਨੇ ਮਾਤਾ ਗੰਗਾ ਜੀ ਆਪ ਲੰਗਰ ਦੀ ਸੇਵਾ ਕਰਦੇ ਗੁਰੂ ਕੇ ਮਹਿਲ। ਇੱਕ ਹੋਰ ਇਤਿਹਾਸ ਦਾ ਜ਼ਿਕਰ ਆਉਂਦਾ ਸਾਖੀ ਦਾ ਕਿ ਜਦੋਂ ਕਾਬਲ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਇੱਕ ਨੌਜਵਾਨ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠਾ ਹੈ, ਤੇ ਮਨ 'ਚ ਵਿਚਾਰ ਆਇਆ ਵੀ ਆਪਾਂ ਚੱਲੀਏ ਜਾ ਕੇ ਦਰਸ਼ਨ ਕਰੀਏ। ਕਾਫਲਾ ਬਣਾ ਕੇ ਸੰਗਤਾਂ ਚੱਲਦੀਆਂ ਸਨ। ਮਹੀਨੇ ਦਾ ਸਮਾਂ ਲਗਭਗ ਲੱਗ ਗਿਆ। ਉੱਥੋਂ ਆਉਣ ਲੱਗਿਆ ਆ ਕੇ ਜਿੱਥੇ ਅੱਜ ਪਿਪਲੀ ਸਾਹਿਬ ਗੁਰਦੁਆਰਾ ਹੈ, ਉੱਥੇ ਆ ਕੇ ਰਾਤ ਨੂੰ ਵਿਸ਼ਰਾਮ ਕੀਤਾ ਵੀ ਦੇਰ ਹੋ ਗਈ, ਸਵੇਰੇ ਜਾ ਕੇ ਦਰਸ਼ਨ ਕਰਾਂਗੇ। ਉਹ ਇੱਕ ਨੌਜਵਾਨ ਤ੍ਰਿਮਤ ਤੇ ਉਹਦੇ ਨਾਲ ਉਹਦਾ ਨੌਜਵਾਨ ਸਾਥੀ ਤੁਰਿਆ ਆਉਂਦਾ, ਸਿਰ ਤੇ ਟੋਕਰੇ ਚੁੱਕੇ ਹੋਏ ਪ੍ਰਸ਼ਾਦਿਆਂ ਦੇ, ਤੇ ਲਿਆ ਕੇ ਸੇਵਾ ਕੀਤੀ, ਉਸ ਨੂੰ ਪ੍ਰਸ਼ਾਦ ਛਕਾਇਆ। ਫਿਰ ਮੁੱਠੀ ਚਾਪੀ ਵੀ ਕੀਤੀ। ਲੋੜ ਜਿਹੜੇ ਆਏ ਹੋਏ ਯਾਤਰੂ ਥੱਕੇ ਹੋਏ ਸਨ, ਉਹਨਾਂ ਦੀ ਮੁੱਠੀ ਚਾਪੀ ਵੀ ਕੀਤੀ। ਸਵੇਰ ਹੋਈ, ਇਹ ਦਰਸ਼ਨਾਂ ਨੂੰ ਆਏ। ਗੁਰੂ ਬਾਬਾ ਬੁੱਢਾ ਜੀ ਦੇ, ਕਿਉਂਕਿ ਸਾਰੇ ਵਾਕਿਫ ਸਨ, ਤੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਵੀ ਅਸੀਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਏ ਹਾਂ, ਕਿਹੜੇ ਗੁਰੂ ਸਾਹਿਬਾਨ ਕਿਹੜੇ ਤਖਤ ਤੇ ਬੈਠੇ ਨੇ, ਤਖਤ ਤਾਂ ਖਾਲੀ ਹੈ। ਬਾਬਾ ਬੁੱਢਾ ਜੀ ਅੱਗੋਂ ਕਹਿਣ ਲੱਗੇ ਹੁਣੇ ਹੀ ਉੱਠ ਕੇ ਗਏ ਨਾ, ਥੋੜੀ ਦੇਰ ਤੱਕ ਵਾਪਸ ਆ ਜਾਣਗੇ। ਸੰਗਤਾਂ ਦੇ ਇੰਤਜ਼ਾਰ ਕਰਨ ਤੋਂ ਜਦੋਂ ਨਾ ਆਏ ਤਾਂ ਵਾਪਸ ਗਏ। ਤੇ ਜੋੜੇ ਜਿੱਥੇ ਗੁਰੂ ਸੰਗਤਾਂ ਲਾ ਕੇ ਗਈਆਂ ਸਨ, ਜਿੱਥੇ ਇਹ ਸੀ ਵੀ ਨਹੀਂ ਜੋੜਿਆਂ ਵਿੱਚ ਕੋਈ ਖੜਾ ਨਹੀਂ ਹੋਏਗਾ, ਮੈਂ ਪਹਿਲਾਂ ਦਰਸ਼ਨ ਕਰਨੇ ਆ, ਮੈਂ ਪਹਿਲਾਂ ਦਰਸ਼ਨ ਕਰਨੇ ਆ, ਤੇ ਗੁਰੂ ਅਰਜਨ ਦੇਵ ਮਹਾਰਾਜ ਆਪ ਜਾ ਕੇ ਉਹਨਾਂ ਸੰਗਤਾਂ ਦੇ ਜੋੜਿਆਂ ਦੇ ਸੇਵਾ ਵਿੱਚ ਲੱਗੇ ਹੋਏ ਵੀ ਜਾਓ ਦਰਸ਼ਨ ਤੁਸੀਂ ਪਹਿਲਾਂ ਕਰ ਲਓ, ਤੁਹਾਡੇ ਜੋੜਿਆਂ ਦੀ ਸੰਭਾਲ ਮੈਂ ਕਰਦਾ। ਤੋ ਇੰਨੀ ਨਿਮਰਤਾ, ਇੰਨੀ ਸੇਵਾ ਭਾਵਨਾ ਇਸ ਗੁਰੂ ਘਰ ਦੇ ਵਿੱਚ ਲੰਗਰ ਦੀ ਜਿਹੜੀ ਮਰਿਆਦਾ ਹੈ, ਇਹ ਨਾਲ ਨਾਲ ਸੇਵਾ ਦੀ ਮਰਿਆਦਾ ਹੈ, ਇਹ ਜਿਹੜੀ ਹੈ ਇਹ ਚੱਲੀ ਜਾਂਦੀ ਹੈ। ਜਦੋਂ ਗੁਰੂ ਪਾਤਸ਼ਾਹ ਜੀ ਗਏ, ਫਿਰ ਜਦੋਂ ਗੁਰੂ ਸਾਹਿਬ ਦੇ ਕੋਲ ਮੰਡੀ ਤੋਂ, ਕੁੱਲੀ ਤੋਂ, ਹਰੀਪੁਰ ਤੋਂ, ਚੰਬਾ ਰਿਆਸਤਾਂ ਦੇ ਰਾਜੇ ਵੀ ਕਈ ਵਾਰੀ ਦਰਸ਼ਨਾਂ ਨੂੰ ਆਏ, ਉਹਨਾਂ ਨੇ ਗੁਰੂ ਕੇ ਲੰਗਰ 'ਚ ਆਪ ਬੈਠ ਕੇ ਪ੍ਰਸ਼ਾਦਾ ਛਕਿਆ। ਛੇਵੀਂ ਪਾਤਸ਼ਾਹ ਨੇ ਸਿੱਧਾ ਹੀ ਗੱਲ ਕਰ ਦਿੱਤੀ ਵੀ ਗੁਰੂ ਦੇ ਸਿੱਖ ਦੇ ਘਰ ਆਏ ਹੋਏ ਮਹਿਮਾਨ ਲਈ ਦੇਗ ਤੇ ਸਿਰਫ ਆਕੀ ਲਈ ਤੇਗ ਹਮੇਸ਼ਾ ਹੀ ਤਿਆਰ ਰਹਿਣੀ ਚਾਹੀਦੀ ਹੈ। ਛੇਵੇਂ ਪਾਤਸ਼ਾਹ ਜੀ ਨੇ ਇਹ ਗੱਲ ਸੜੀ ਕਰ ਦਿੱਤੀ। ਜਦੋਂ ਭਾਈ ਗੜੀਆ ਜੀ ਨੂੰ ਕਸ਼ਮੀਰ ਦੇ ਵਿੱਚ ਪ੍ਰਚਾਰਕ ਥਾਪਿਆ ਗਿਆ, ਉਹ ਗੁਰੂ ਜੀ ਦਾ ਦਸਵੰਧ ਇਕੱਤਰ ਕਰਦੇ, ਲੋੜਵੰਦਾਂ ਨੂੰ ਉੱਥੇ ਵਰਤਾ ਦਿੰਦੇ। ਇੱਕ ਵਾਰ ਉਹਨਾਂ ਦੇ ਸ੍ਰੀ ਅੰਮ੍ਰਿਤਸਰ ਤੁਰਨ ਸਮੇਂ ਕਸ਼ਮੀਰ 'ਚ ਕਾਲ ਪੈ ਗਿਆ। ਆਪ ਜੀ ਸੰਗਤਾਂ ਵੱਲੋਂ ਦਸਵੰਧ ਦੇ ਗ੍ਰਾਏ ਹਜ਼ਾਰਾਂ ਰੁਪਏ ਉਹ ਕਾਲਗ੍ਰਸਤ ਲੋਕਾਂ ਦੇ ਵਿੱਚ ਵੰਡ ਦਿੱਤੇ।
ਕੇਵਲ ਸਵਾ ਰੁਪਇਆ ਲੈ ਕੇ ਗੁਰੂ ਜੀ ਦੇ ਕੋਲ ਆ ਕੇ ਹਾਜ਼ਰ ਹੋ ਗਏ ਤੇ ਸਾਰੀ ਵਿਦਿਆ ਕਹਿ ਕੇ ਆਪਣੀ ਸਾਰੀ ਕਹਾਣੀ ਦੱਸੀ। ਗੁਰੂ ਜੀ ਨੇ ਗਲੇ ਨਾਲ ਲਾਇਆ, ਪ੍ਰਸੰਨ ਹੋਏ ਤੇ ਭਾਈ ਜੀ ਨੇ, ਭਾਈ ਜੀ ਤੁਹਾਡਾ ਦਸਵੰਧ ਸਾਨੂੰ ਸਿੱਧਾ ਹੀ ਪੁੱਜ ਗਿਆ ਹੈ, ਜਾਓ ਆਪਣੇ ਪਿੰਡ ਵਿੱਚ ਜਾ ਕੇ ਗੁਰੂ ਦਾ ਲੰਗਰ ਚਲਾਓ, ਆਪ ਨਾਮ ਜਪੋ ਤੇ ਹੋਰਨਾਂ ਨੂੰ ਨਾਮ ਜਪਾਓ। ਤਾਂ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਦੀ ਸਾਖੀ ਵੀ ਸਾਨੂੰ ਮਿਲਦੀ ਹੈ। ਤੇ ਗੁਰੂ ਹਰਿਰਾਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਦੇ ਵਿੱਚ ਵੀ ਇਹ ਗੁਰੂ ਕੇ ਲੰਗਰ ਦੀਆਂ ਬਖਸ਼ਾਂ ਵਿੱਚ ਇਸ ਤਰ੍ਹਾਂ ਵਾਧਾ ਹੁੰਦਾ ਗਿਆ। ਪਹਿਲੇ ਸਤਿਗੁਰਾਂ ਨੇ ਘਰ ਘਰ ਅੰਦਰ ਧਰਮਸ਼ਾਲ ਦਾ ਵੇਖਣ ਦਾ ਜੋ ਇਰਾਦਾ ਧਾਰਿਆ ਸੀ, ਉਹਨੂੰ ਹੋਰ ਪ੍ਰਤੱਖ ਨਜ਼ਾਰਾ ਦ੍ਰਿੜ ਕਰਾਉਣ ਦੇ ਲਈ ਗੁਰੂ ਹਰਿਰਾਏ ਸਾਹਿਬ ਜੀ ਨੇ ਸਰਦੇ ਪੁੱਜਦੇ ਸ਼ਰਧਾਲੂ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਆਪਣੇ ਘਰਾਂ ਵਿੱਚ ਬਕਾਇਦਾ ਗੁਰੂ ਦਾ ਲੰਗਰ ਚਲਾਉਣ ਤੇ ਹਰ ਪ੍ਰਾਣੀ ਮਾਤਰ ਦੀ ਸੇਵਾ ਕਰਨ। ਇਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਕੀਤੀ। ਤੋ ਕੀਰਤਪੁਰ ਸਾਹਿਬ ਵਿਖੇ ਗੁਰੂ ਕੇ ਲੰਗਰ ਦੀ ਸਥਾਪਨਾ ਕੀਤੀ। ਕੇਵਲ ਇੱਥੇ ਹੀ ਨਹੀਂ ਕੀਤੀ, ਭਾਈ ਗੋਂਦਾ ਨੂੰ ਹੁਕਮ ਵੀ ਕੀਤਾ ਵੀ ਉਹ ਕਾਬਲ ਜਾ ਕੇ ਸਿੱਖੀ ਦਾ ਪ੍ਰਚਾਰ ਕਰੇ ਤੇ ਗੁਰੂ ਕੇ ਲੰਗਰ ਦੀ ਪ੍ਰਥਾ ਨੂੰ ਉੱਥੇ ਜਾ ਕੇ ਚਲਾਵੇ, ਕਾਬਲ ਜਾ ਕੇ, ਜਿੱਥੇ ਅਫਗਾਨਿਸਤਾਨ ਦਾ ਜੋ ਅੱਜ ਹਿੱਸਾ ਹੈ। ਸਤਿਗੁਰਾਂ ਨੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ ਬਈ ਗੁਰੂ ਕੇ ਲੰਗਰ ਦੀ ਮਰਿਆਦਾ ਤਾਂ ਹੀ ਪ੍ਰਵਾਨ ਸਫਲ ਹੈ ਜੇ ਵੇਲੇ ਕਵੇਲੇ ਕੋਈ ਭੁੱਖਾ ਲੋੜਵੰਦ ਆਵੇ, ਉਹਦੀ ਉਤਸ਼ਾਹ ਦੇ ਨਾਲ, ਅੰਦਰੋਂ ਚਾਹ ਦੇ ਨਾਲ ਸੇਵਾ ਕੀਤੀ ਜਾਏ। ਗੁਰੂ ਦੇ ਭਾਵ ਲੰਗਰ ਚਲਾਉਣ ਦੀ ਅਸਲ ਸਪਿਰਿਟ ਜਿਹੜੀ ਹੈ ਉਹ ਇਹੋ ਹੀ ਹੈ। ਇੱਕ ਦਿਨ ਆਪ ਨੇ ਸਿੱਖਾਂ ਨੂੰ ਪੁੱਛਿਆ ਵੀ ਤੁਸੀਂ ਕਿਸ ਤਰੀਕੇ ਨਾਲ ਆਏ ਗਏ ਯਾਤਰੀਆਂ ਦੀ ਸੇਵਾ ਕਰਦੇ ਹੋ? ਤਾਂ ਇੱਕ ਸਿੱਖ ਨੇ ਕਿਹਾ ਜਦੋਂ ਵੀ ਕੋਈ ਮਹਿਮਾਨ ਆਉਂਦਾ ਹੈ ਸਭ ਤੋਂ ਪਹਿਲਾਂ ਮੈਂ ਉਹਨੂੰ ਪ੍ਰਸ਼ਾਦ ਛਕਾਉਂਦਾ ਹਾਂ, ਫਿਰ ਆਰਾਮ ਕਰਨ ਲਈ ਸਹੂਲਤ ਦਿੰਦਾ ਹਾਂ। ਫਿਰ ਤਾਂ ਗੁਰੂ ਜੀ ਨੇ ਇੱਕ ਸਿੱਖ ਨੂੰ ਕਿਹਾ ਵੀ ਆਪਣਾ ਘਰ ਗੁਰੂ ਦਾ ਲੰਗਰ ਸਮਝਣ ਦੀ ਸਿੱਖਿਆ ਦਿੱਤੀ ਹੋਈ ਹੈ ਤੁਸੀਂ ਤੁਹਾਨੂੰ। ਗੁਰੂ ਕੇ ਲੰਗਰ ਤੋਂ ਬਿਨਾਂ ਹਰ ਇੱਕ ਸਿੱਖ ਨੂੰ ਬਾਹਰੋਂ ਆਈਆਂ ਸੰਗਤਾਂ ਦੀ ਸੇਵਾ ਕਰਨ ਦਾ ਵੀ ਹੁਕਮ ਹੈ, ਤੁਸੀਂ ਉਹਨਾਂ ਦੀ ਸੇਵਾ ਵੀ ਕਰਨੀ ਹੈ। ਗੁਰੂ ਜੀ ਨੇ ਜਦ ਦੂਜੇ ਸਿੱਖ ਨੂੰ ਪੁੱਛਿਆ ਵੀ ਤੁਸੀਂ ਕਿਸ ਪ੍ਰਕਾਰ ਸੇਵਾ ਕਰਦੇ ਹੋ, ਉਹਨੇ ਕਿਹਾ ਸੱਚੇ ਪਾਤਸ਼ਾਹ ਮੈਂ ਪਹਿਲਾਂ ਪ੍ਰਸ਼ਾਦਾ ਛਕਾਉਂਦਾ, ਫਿਰ ਪਿੱਛੋਂ ਆਏ ਗਏ ਪ੍ਰੇਮੀ ਦੀ ਮੁੱਠੀ ਚਾਬੀ ਕਰਦਾ। ਮਹਾਰਾਜ ਨੇ ਫਿਰ ਕਿਹਾ ਤੁਹਾਡੇ ਪਾਸ ਕੋਈ ਮਹਿਮਾਨ ਆ ਜਾਏ ਜੇ ਪ੍ਰਸ਼ਾਦਾ ਤਿਆਰ ਨਾ ਹੋਵੇ ਤੁਸੀਂ ਉਸਦੀ ਭੁੱਖ ਕਿਵੇਂ ਦੂਰ ਕਰਦੇ ਹੋ? ਤਾਂ ਸਿੱਖਾਂ ਨੇ ਅੱਗੇ ਸਿੱਖ ਨੇ ਉੱਤਰ ਦਿੱਤਾ ਜੀ ਅਜਿਹੇ ਸਮੇਂ ਤੇ ਕਈ ਵਾਰ ਤਾਂ ਮਹਿਮਾਨ ਨੂੰ ਸਾਡੇ ਘਰਾਂ ਤੋਂ ਨਿਰਾਸ਼ ਹੀ ਮੁੜਨਾ ਪੈ ਜਾਂਦਾ, ਅਤਿਥੀ ਨੂੰ ਜਾਂ ਆਏ ਹੋਏ ਨੂੰ ਨਿਰਾਸ਼ ਆਉਣਾ ਪੈਂਦਾ। ਤਾਂ ਗੁਰੂ ਜੀ ਨੇ ਫਰਮਾਇਆ ਵੱਡੀ ਕਮਜ਼ੋਰੀ ਹੈ, ਲੋੜਵੰਦ ਨੂੰ ਕਿਸੇ ਵਕਤ ਵੀ ਆਵੇ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਜਾਵੇ। ਸਿੱਖ ਦੇ ਘਰੋਂ ਜੇ ਕੋਈ ਭੁੱਖਾ ਗਿਆ ਤਾਂ ਲੰਗਰ ਦੀ ਮਰਿਆਦਾ ਨੂੰ ਭਾਰੀ ਧੱਬਾ ਲੱਗ ਜਾਣ ਦਾ ਡਰ ਹੈ। ਲੰਗਰ ਦੀ ਮਰਿਆਦਾ ਨੂੰ ਭਾਰੀ ਧੱਬਾ ਡਰਨ ਦਾ ਡਰ ਹੈ। ਪਰ ਮੈਂ ਅੱਜ ਦੇਖਦਾ ਅੱਜ ਸਾਡੇ ਹਾਲਾਤ ਥੋੜੇ ਜਿਹੇ ਚੇਂਜ ਹੋ ਗਏ ਨੇ। ਸਾਡੇ ਘਰ ਕੋਈ ਆਵੇ ਕਹਿੰਦੇ ਕਿਤੇ ਪ੍ਰਸ਼ਾਦਾ ਨਾ ਛਕ ਲਵੇ, ਕਿਤੇ ਰੋਟੀ ਨਾ ਖਾਣੀ ਹੋਵੇ ਇਹਨੂੰ, ਅਸੀਂ ਆਪੋ ਦੇ ਅੰਦਰ ਰਸੋਈ 'ਚ ਵੜ ਕੇ ਕਿਚਨ 'ਚ ਵੜ ਕੇ ਨਾ ਮੀਆਂ ਬੀਬੀ ਜਾਂ ਹੋਰ ਇਹੋ ਜਿਹੀਆਂ ਗੱਲਾਂ ਕਹਾਣੀਆਂ ਕਰਦੇ ਹਾਂ। ਇਹ ਕਿਹੜੇ ਵੇਲੇ ਆ ਗਿਆ ਅੱਜ ਤਾਂ ਪ੍ਰਸ਼ਾਦਾ ਛਕਣਾ ਜੇ ਵੀ ਵਿੱਚ ਆ ਵੜਿਆ। ਇਹੋ ਜਿਹੀਆਂ ਗੱਲਾਂ ਜਦੋਂ ਅਸੀਂ ਕਰਦੇ ਆ ਨਾ, ਮੈਨੂੰ ਜਾਪਦਾ ਵੀ ਸਾਡੇ ਅੰਦਰ ਉਹ ਸਿੱਖੀ ਦਾ ਜਿਹੜਾ ਨਜ਼ਾਰਾ ਗੁਰੂ ਪਾਤਸ਼ਾਹ ਨੇ ਦਿੱਤਾ ਸੀ ਉਹ ਹੈ ਨਹੀਂ ਹੈ, ਜਾਂ ਸਿੱਖੀ ਦੀ ਜਿਹੜੀ ਸਿਧਾਂਤ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਜੀ ਉਹ ਸਾਡੇ ਵਿੱਚ ਹੈ ਨਹੀਂ। ਤੋ ਇਹ ਲੰਗਰ ਦੀ ਮਰਿਆਦਾ ਜੋ ਅੱਜ ਸਾਡੇ 'ਚ ਜੋ ਮੈਂ ਹੁਣ ਭਾਈ ਨੰਦ ਲਾਲ ਸਿੰਘ ਜਾਂ ਹੋਰ ਗੁਰਸਿੱਖਾਂ ਦਾ ਜ਼ਿਕਰ ਨਹੀਂ ਕਰ ਰਿਹਾ ਕਿਉਂਕਿ ਇਹ ਬਹੁਤ ਅੱਗੇ ਲੰਬਾ ਵਿਸ਼ਾ ਹੈ। ਮੈਂ ਸਿਰਫ ਸੰਖੇਪ ਵਿੱਚ ਅਖੀਰ ਤੇ ਜਾ ਕੇ ਜੋ ਬੇਨਤੀ ਕਰਨੀ ਚਾਹਾਂਗਾ ਉਹ ਇਹੋ ਹੀ ਹੈ ਕਿ ਅੱਜ ਸਾਡੇ ਅੰਦਰ ਹਾਲਤ ਕੁਛ ਹੋਰ ਤਰ੍ਹਾਂ ਦੀ ਬਣ ਗਈ। ਗੁਰਦੁਆਰੇ ਜਾਂਦੇ ਹਾਂ, ਲੰਗਰ ਛਕਦੇ ਹਾਂ, ਅਸੀਂ ਸਰੋਵਰਾਂ 'ਚ ਇਸ਼ਨਾਨ ਕਰਦੇ ਹਾਂ, ਪਰ ਸਾਡੇ ਮਨ ਵਿੱਚੋਂ ਜਾਤ ਦਾ ਗੁਮਾਨ ਆ ਦੇਖੋ ਭਗਤਾਂ ਦੇ ਪੁਰਬ ਅਸੀਂ ਕਿਉਂ ਨਹੀਂ ਗੁਰਪੁਰਬ ਮਨਾਉਂਦੇ? ਕਿਤੇ ਨਾ ਕਿਤੇ ਸਾਡੇ ਅੰਦਰ ਅੱਜ ਵੀ ਉੱਚੇ ਹੋਣ ਦਾ ਜਾਤ ਅਭਿਮਾਨ ਅੰਦਰ ਵੜਿਆ ਹੋਇਆ। ਅੱਜ ਮੈਨੂੰ ਯਾਦ ਹੈ ਵੀ ਅਸੀਂ ਇੱਕ ਅੰਮ੍ਰਿਤ ਸੰਚਾਰ ਕਰਨਗੇ ਤੇ ਮੈਂ ਛੋਟੀ ਜਿਹੀ ਘਟਨਾ ਸੁਣਾ ਰਿਹਾ ਹਾਂ। ਵਿਸਾਖੀ ਦਾ 1985 ਦੀ ਵਿਸਾਖੀ ਜੀ ਹੈ, ਜਲੰਧਰ ਦੇ ਨੇੜੇ ਭੋਗਪੁਰ ਦੇ ਨੇੜੇ ਪਿੰਡ ਹੈ, ਉੱਥੇ ਅੰਮ੍ਰਿਤ ਸੰਚਾਰ ਲਈ ਗਏ। ਅੰਮ੍ਰਿਤ ਇੱਕ ਨੇ ਦੁਆਰਾ ਅੰਮ੍ਰਿਤ ਪਾਨ ਕਰਨਾ ਸੀ, ਉਹਨੂੰ ਤਨਖਾਹ ਲਾ ਦਿੱਤੀ ਵੀ ਤੁਸੀਂ ਜੋੜੇ ਸਾਫ਼ ਕਰਨੇ ਆ 40 ਦਿਨ ਜਾਂ ਜਿੰਨਾ ਵੀ ਪਾਠ ਕਰਨਾ। ਤਾਂ ਜਦੋਂ ਅਸੀਂ ਅੰਮ੍ਰਿਤ ਸੰਚਾਰ ਦੀ ਸਮਾਪਤੀ ਤੋਂ ਬਾਅਦ ਬਸਤਰ ਉਤਾਰਨੇ ਤੋਂ ਭੱਜਾ ਫਿਰ ਆ ਗਿਆ। ਕਹਿੰਦਾ ਰੁਕਣਾ ਜੇ ਬਸਤਰ ਨਾ ਉਤਾਰਨਾ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ। ਦੱਸੋ ਜੀ? ਕਹਿੰਦਾ ਤੁਸੀਂ ਮੈਨੂੰ ਜੋੜੇ ਝਾੜਨ ਦੀ ਸਿਆਹ ਲਾਈ ਹੈ, ਤਨਖਾਹ ਲਾਈ ਹੈ, ਠੀਕ ਹੈ ਮੈਂ ਜੋੜੇ ਦਾ ਸਾਫ਼ ਕਰਾਂਗਾ, ਪਰ ਮੈਂ ਯਾਦ ਰੱਖੋ ਮੈਂ ਕਮੀਆਂ ਦੇ ਜੋੜੇ, ਕਮੀਆਂ ਮਤਲਬ ਨੀਵੀਂ ਜੀਤਵਾਲ ਜੋੜਿਆਂ ਦੇ ਜੋੜੇ ਸਾਫ਼ ਕਰਨੇ, ਕਹਿੰਦਾ ਮੈਂ ਜ਼ਿਮੀਂਦਾਰ ਦੇ ਜੋੜੇ ਹੀ ਝਾੜਾਂਗਾ। ਤੇ ਜੇ ਇਹ ਵਿਚਾਰ ਸਾਡੇ ਅੰਦਰ ਹੈ, ਅੱਜ ਵੀ ਕਿਤੇ ਜਾਤ ਵਿਭਾਨ ਸਾਡੇ ਅੰਦਰ ਉਸੇ ਤਰ੍ਹਾਂ ਹੀ ਹੈ, ਅਮੀਰੀ ਗਰੀਬੀ ਦਾ ਅਹਿਸਾਸ ਅੱਜ ਵੀ ਸਾਡੇ ਅੰਦਰ ਹੈ, ਛੋਟੇ ਵੱਡੇ ਹੋਣ ਦਾ ਅਹਿਸਾਸ ਅੱਜ ਵੀ ਸਾਡੇ ਦੀ ਖਤਮ ਨਹੀਂ ਹੋ ਰਿਹਾ।
ਅੱਜ ਸਾਡਾ ਲੰਗਰ ਵੀ ਦਿਖਾਵਾ ਬਣ ਕੇ ਰਹਿ ਗਿਆ। ਲੰਗਰ ਦੇ ਵਿੱਚ ਧਰਮ ਦੀ ਜਿਹੜਾ ਅੰਸ਼ ਹੈ ਲਗਭਗ ਅਲੋਪ ਹੁੰਦਾ ਜਾਂਦਾ। ਆਪਣੇ ਪੈਸੇ ਦਾ ਦਿਖਾਵਾ, ਆਪਣੀ ਅਮੀਰੀ ਦਾ ਦਿਖਾਵਾ, 36 ਪ੍ਰਕਾਰ ਦੇ ਪਦਾਰਥ ਬਣਾਉਣ ਦਾ ਦਿਖਾਵਾ, ਇੱਕ ਦੂਜੇ ਤੋਂ ਚੜ੍ਹ ਕੇ ਲੰਗਰ ਕਰਨ ਦੀਆਂ ਗੱਲਾਂ, ਵੀ ਉਹਨੇ ਆਹ ਕੀਤਾ ਸੀ ਮੈਂ ਆਹ ਕਰਕੇ ਦਿਖਾਵਾਂਗਾ। ਤੇ ਉਹ ਜਿਹੜਾ ਲੰਗਰ ਦਾ ਅਸਲ ਭਾਵ ਸੀ ਉਹ ਅੱਜ ਸਾਡੇ ਤੋਂ ਅਲੋਪ ਹੁੰਦਾ ਜਾਂਦਾ। ਅਸੀਂ ਇਹ ਕਹਿ ਲਈਏ ਕਿ ਅੰਮ੍ਰਿਤ ਛਕਣ ਮਗਰੋਂ ਵੀ ਅਸੀਂ ਇੱਕ ਲਾਈਨ 'ਚ ਬਹਿਣਾ ਪਰਵਾਹ ਨਹੀਂ ਕਰਦੇ, ਅਸੀਂ ਦੇਗ ਲੈਣੀ ਪਰਵਾਹ ਨਹੀਂ ਕਰਦੇ, ਗੁਰੂ ਕੇ ਲੰਗਰ 'ਚੋਂ ਪ੍ਰਸ਼ਾਦਾ ਛਕਣਾ ਅਸੀਂ ਪਰਵਾਹ ਨਹੀਂ ਕਰਦੇ। ਅਸੀਂ ਜੇ ਕਿਸੇ ਦੇ ਘਰ 'ਚ ਚਲੇ ਜਾਈਏ, ਉਹਦੇ ਘਰ 'ਚ ਪ੍ਰਸ਼ਾਦਾ ਨਹੀਂ ਛਕਦੇ, ਉਹਦੀਆਂ ਟੂਟੀਆਂ ਨੂੰ ਸਾਫ਼ ਕਰਕੇ ਮਾਂਜ ਕੇ ਉੱਥੋਂ ਪਾਣੀ ਪੀਣ ਦੀ ਗੱਲ ਕਰਦੇ ਹਾਂ। ਤੇ ਜਿਹੜੇ ਪਾਈਪਾਂ 'ਚੋਂ ਪਾਣੀ ਅੰਦਰੋਂ ਆਉਂਦਾ ਉਹ ਪਤਾ ਨਹੀਂ ਕਿੰਨੇ ਗੰਦੇ ਹੋਣਗੇ, ਇਹ ਤਾਂ ਕਦੀ ਅਸੀਂ ਦੇਖਿਆ ਹੀ ਨਹੀਂ। ਅੱਜ ਵੀ ਅਸੀਂ ਆਪਣੇ ਨਾਵਾਂ ਦੇ ਨਾਲ ਆਪਣੀਆਂ ਜਾਤ ਬਰਾਦਰੀਆਂ ਉਸੇ ਤਰ੍ਹਾਂ ਲਿਖਦੇ ਤੁਰੇ ਹੁੰਦੇ ਹਾਂ। ਜੋ ਗੁਰੂ ਕੇ ਲੰਗਰ ਦਾ ਇਹ ਭਾਵ ਸੀ ਆਪਣੇ ਆਪ ਦੇ ਵਿੱਚੋਂ, ਇਹ ਉਹ ਭਾਵ ਖਤਮ ਕਰਨ ਦਾ ਸੀ। ਜਾਤ ਬਰਾਦਰੀਆਂ ਦਾ ਜਿਹੜਾ ਸੀ ਗੁਰਖ ਧੰਦਾ, ਉਹਨੂੰ ਖਤਮ ਕਰਨ ਦਾ ਸੀ ਗੁਰੂ ਕੇ ਲੰਗਰ ਦਾ ਭਾਵ। ਜੇ ਸੰਗਤ ਇਸ ਕੰਮ ਲਈ ਸੀ ਤੇ ਗੁਰੂ ਕਾ ਲੰਗਰ ਵੀ ਇਸੇ ਕੰਮ ਲਈ ਸੀ। ਅਸੀਂ ਭਾਵੇਂ ਗੁਰਦੁਆਰੇ ਜਾ ਵੀ ਆਈਏ ਤੇ ਗੁਰਦੁਆਰੇ ਜਾ ਕੇ ਪ੍ਰਸ਼ਾਦਾ ਵੀ ਛਕ ਲਈਏ, ਪਰ ਹੱਥੀਂ ਸੇਵਾ ਕਰਨ ਦਾ ਰਿਵਾਜ ਸਾਡੇ ਅੰਦਰ ਚਲਾ ਗਿਆ। ਮੈਂ ਫਿਰ ਬੇਨਤੀ ਕਰਾਂ, ਉਹ ਜੇ ਕਿ ਸ਼ਾਇਦ ਮੈਂ ਅੱਗੇ ਵੀ ਗੱਲ ਸੁਣਾ ਚੁੱਕਾ ਹਾਂ, ਕਲਗੀਧਰ ਪਾਤਸ਼ਾਹ ਦੇ ਭਾਈ ਦੀਪਾ ਬਸਤਰ ਮਾਂਜ ਰਿਹਾ, ਬਰਤਨ ਮਾਂਜ ਰਿਹਾ ਹੈ, ਪਲੇਟ ਚਮਕਦੀ ਹੈ, ਉਹਦੇ ਵਿੱਚੋਂ ਆਪਣਾ ਚਿਹਰਾ ਨਜ਼ਰ ਆਉਂਦਾ ਹੈ। ਤੇ ਕਲਗੀਧਰ ਪਾਤਸ਼ਾਹ ਨੇ ਕਿਹਾ, ਦੀਪਿਆ ਬਸ ਕਰ, ਇਹਦੇ ਵਿੱਚੋਂ ਤਾਂ ਤੈਨੂੰ ਹੁਣ ਕਿੰਨੀ ਕੁ ਚਮਕਾ ਲੈਣੀ ਹੈ। ਕਹਿੰਦਾ ਪਾਤਸ਼ਾਹ, ਇਹਦੇ ਵਿੱਚੋਂ ਮੈਨੂੰ ਅਜੇ ਆਪਣਾ ਚਿਹਰਾ ਨਜ਼ਰ ਆਉਂਦਾ ਹੈ, ਜਿੱਦਣ ਤੁਹਾਡਾ ਚਿਹਰਾ ਨਜ਼ਰ ਆ ਜਾਏਗਾ ਉਧਰ ਸਮਝਾਂਗਾ ਇਹ ਮਨ ਮਾਂਜਿਆ ਗਿਆ। ਇਹ ਭਾਵ ਹੈ ਲੰਗਰ ਦਾ। ਅੱਜ ਕਹਿੰਦੇ ਸਾਡੇ ਬਰਤਨ ਵੀ ਕੋਈ ਚੁੱਕ ਕੇ ਲੈ ਜਾਏ, ਸਾਡੇ ਬਰਤਨ ਵੀ ਕੋਈ ਹੋਰ ਸਾਫ਼ ਕਰ ਦੇ। ਵੈਸੇ ਤਾਂ ਡਿਸਪੋਜ਼ੇਬਲ ਦਾ ਰਿਵਾਜ ਆ ਗਿਆ, ਕੰਮ ਹੀ ਖਤਮ ਕਰਤਾ। ਪਰ ਜਦੋਂ ਅਸੀਂ ਗੁਰੂ ਘਰਾਂ ਵਿੱਚ ਦੇਖਦੇ ਹਾਂ, ਅਸੀਂ ਲੰਗਰ ਛਕ ਕੇ ਤਾਂ ਆ ਜਾਂਦੇ ਹਾਂ, ਉੱਥੇ ਪਏ ਹੋਏ ਪਤੀਲੇ, ਉੱਥੇ ਪਈਆਂ ਹੋਈਆਂ ਬਾਲਟੀਆਂ, ਉਹ ਗੁਰੂ ਘਰ ਦੇ ਸੇਵਾਦਾਰ ਜਿਹੜੇ ਗ੍ਰੰਥੀ ਭਾਈ ਅਸੀਂ ਰੱਖੇ ਹੋਏ, ਉਹਨਾਂ ਦੀ ਡਿਊਟੀ ਲਾ ਦਿੱਤੀ ਜਾਂਦੀ ਹੈ, ਜਾਂ ਉਹਨਾਂ ਦੇ ਪਰਿਵਾਰਾਂ ਦੀ ਡਿਊਟੀ ਲਾ ਦਿੱਤੀ ਜਾਂਦੀ ਹੈ। ਇਹ ਤੁਹਾਡਾ ਕੰਮ ਹੈ ਜਿਹਨੂੰ ਤੁਸੀਂ ਸਾਫ਼ ਕਰੋ। ਇਹ ਨਹੀਂ, ਗੁਰੂ ਕੇ ਲੰਗਰ ਦਾ ਭਾਵ ਸੇਵਾ ਵੀ ਸਿੱਖਣਾ ਹੈ, ਗੁਰੂ ਦੇ ਲੰਗਰ ਦਾ ਭਾਵ ਬਰਾਬਰੀ ਵੀ ਸਿੱਖਣਾ ਹੈ। ਕੋਸ਼ਿਸ਼ ਕਰੀਏ ਕਿ ਅਸੀਂ ਗੁਰੂ ਕੇ ਲੰਗਰ ਨੂੰ ਧਰਮ ਦੀ ਕਿਰਤ ਨਾਲ ਚਲਾਈਏ, ਠੱਗੀਆਂ ਦੀਆਂ ਜਾਂ ਹੋਰ ਪੈਸੇ ਦੇ ਨਾਲ ਗੁਰੂ ਕੇ ਲੰਗਰ ਨੂੰ ਅਸੀਂ ਕਹਿ ਕੇ ਸਿਧਾਂਤ ਨੂੰ ਤੱਬਾ ਨਾ ਲਾਈਏ, ਜਿਹੜਾ ਸਿਧਾਂਤ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸੀ। ਗੁਰੂ ਕਿਰਪਾ ਕਰੇ, ਮੈਂ ਪੂਰਾ ਵਿਸਤਾਰ ਨਹੀਂ ਕਰ ਸਕਿਆ ਕਿਉਂਕਿ ਅਜੇ 10ਵੇਂ ਪਾਤਸ਼ਾਹ ਦੇ ਭਾਈ ਨੰਦ ਲਾਲ ਸਿੰਘ ਦੇ ਲੰਗਰ ਦੀ ਗੱਲ ਵੀ ਆਉਂਦੀ ਹੈ, ਉਹ ਗੱਲਾਂ ਮੈਂ ਨਹੀਂ ਕਰ ਸਕਿਆ। ਤਾਂ ਬਸ ਇਹ ਸਮਾਂ ਹੋ ਗਿਆ ਹੈ, ਮੈਂ ਆਪ ਪਾਸੋਂ ਖਿਮਾ ਚਾਹ ਰਿਹਾ ਹਾਂ। ਗੁਰੂ ਕਿਰਪਾ ਕਰੇ, ਸਾਡੇ ਤੇ ਰਹਿਮਤ ਦਾ ਹੱਥ ਰੱਖੇ, ਅਸੀਂ ਲੰਗਰ ਦੀ ਇਸ ਪ੍ਰਥਾ ਨੂੰ, ਇਹਦੀ ਮਹਾਨਤਾ ਨੂੰ ਸਮਝੀਏ, ਆਪਣੇ ਜੀਵਨ ਨੂੰ ਉਸ ਮੁਤਾਬਕ ਢਾਲੀਏ ਜਿਹੜੇ ਗੁਰੂ ਪਾਤਸ਼ਾਹ ਨੇ ਜਿਸ ਉਦੇਸ਼ ਨਾਲ ਲੰਗਰ ਤਿਆਰ ਕੀਤਾ ਸੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਪਿਆਰ ਸਹਿਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।